NKN ਟੀਵੀ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਪੰਜਾਬ ਦੇ ਅੰਦਰ ਵਿਧਾਨ ਸਭਾ ਚੋਣਾਂ ਬਿਲਕੁਲ ਨੇੜੇ ਨੇ, ਕੁਝ ਮਹੀਨੇ ਬਾਕੀ ਰਹਿ ਗਏ ਨੇ। ਸਾਰੀਆਂ ਪਾਰਟੀਆਂ ਵੱਲੋਂ ਆਪਣੇ ਉਪਰਾਲੇ ਕੀਤੇ ਜਾ ਰਹੇ ਨੇ। ਚੋਣ ਰੈਲੀਆਂ, ਮੁਜ਼ਾਹਰੇ, ਸਾਰੀਆਂ ਵੋਟਰ ਤੱਕ ਪਹੁੰਚਣ ਦੇ ਉਪਰਾਲੇ ਸ਼ੁਰੂ ਹੋ ਚੁੱਕੇ ਨੇ। ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੈ ਤੇ 29 ਅਗਸਤ ਨੂੰ ਇੱਕ ਬਹੁਤ ਵੱਡੀ ਰੈਲੀ ਰੱਖੀ ਗਈ ਹੈ ਫਗਵਾੜੇ ਦੇ ਅੰਦਰ। ਅਸੀਂ ਕੁਝ ਜਾਣਕਾਰੀ ਲੈਣ ਦੇ ਵਾਸਤੇ ਸੂਬੇ ਦੇ ਜਨਰਲ ਸਕੱਤਰ ਰਮੇਸ਼ ਕੌਲ ਜੀ, ਜਿਹੜੇ ਫਗਵਾੜੇ ਤੋਂ ਬਹੁਤ ਵਾਰ MC ਬਣ ਚੁੱਕੇ ਨੇ, ਉਹਨਾਂ ਕੋਲ ਪਹੁੰਚੇ ਹਾਂ। ਸਭ ਤੋਂ ਪਹਿਲਾਂ ਸਵਾਗਤ ਕਰੀਏ ਜੀ। ਸਵਾਗਤ ਹੈ ਜੀ ਤੁਹਾਡਾ ਅੱਜ NKN ਟੀਵੀ ਤੇ। ਧੰਨਵਾਦ ਜੀ, ਵੈਲਕਮ ਜੀ। ਮੈਂ ਰਮੇਸ਼ ਕੌਲ, ਜਨਰਲ ਸੈਕਟਰੀ ਬਹੁਜਨ ਸਮਾਜ ਪਾਰਟੀ ਪੰਜਾਬ ਤੋਂ। ਅੱਜ ਜੋ 29 ਅਗਸਤ ਨੂੰ ਪੰਜਾਬ ਬਹੁਜਨ ਸਮਾਜ ਪਾਰਟੀ ਵੱਲੋਂ ਸਰਦਾਰ ਜਸਵੀਰ ਸਿੰਘ ਜੀ ਗੜੀ ਜਿਨ੍ਹਾਂ ਦੀ ਪ੍ਰਧਾਨਗੀ 'ਚ ਇਹ ਜਿਹੜੀ ਹੈ ਅਲਖ ਜਗਾਓ ਮਹਾਂ ਰੈਲੀ ਹੋਣ ਜਾ ਰਹੀ ਹੈ ਜੀ। ਉਹਦੀਆਂ ਜਿਹੜਾ ਮਹਾਂ ਰੈਲੀ ਦੀਆਂ ਤਿਆਰੀਆਂ ਬੜੀਆਂ ਮੈਨੂੰ ਜ਼ਿਲ੍ਹੇ ਦਾ ਇੰਚਾਰਜ ਲਾਇਆ ਆ, ਤੇ ਜ਼ਿਲ੍ਹੇ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋ ਰਹੀਆਂ। ਫਗਵਾੜੇ ਦੇ ਨਾਲ ਭੁਲੱਥ, ਕਪੂਰਥਲਾ ਤੇ ਸੁਲਤਾਨਪੁਰ ਦੇ ਵਿੱਚ ਵੀ ਜੰਗੀ ਪੱਧਰ ਤੇ ਤਿਆਰੀਆਂ ਚੱਲਦੀਆਂ ਪਈਆਂ। ਕਾਫਲੇ ਬਣਾ ਕੇ ਲੋਕ ਸਕੂਟਰ, ਮੋਟਰਸਾਈਕਲ ਰੈਲੀਆਂ ਭੁਲੱਥ ਦੇ ਵਿੱਚ ਅਸੀਂ ਕਰਕੇ ਆਏ ਹਾਂ, ਫਿਰ ਉੱਥੇ ਮੀਟਿੰਗ ਕਰਕੇ ਆਏ ਹਾਂ। ਕੱਲ੍ਹ ਨੂੰ ਮੇਰੀ ਜਿਹੜੀ ਹੈ ਉਹ ਕਪੂਰਥਲਾ ਦੇ ਵਿੱਚ ਮੀਟਿੰਗ ਹੈ। ਇਸੇ ਤਰ੍ਹਾਂ ਫਗਵਾੜੇ ਦੇ ਵਿੱਚ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਨੂੰ ਨਾਲ ਲੈ ਕੇ ਪਹਿਲਾਂ ਅਸੀਂ ਮੀਟਿੰਗਾਂ ਦੀਆਂ ਤਿਆਰੀਆਂ ਕਰਦੇ ਹਾਂ, ਮੀਟਿੰਗਾਂ ਦਿੰਦੇ ਹਾਂ। ਉਸ ਤੋਂ ਬਾਅਦ ਮੀਟਿੰਗ ਜਿਹੜੀ ਹੈ ਉਹ ਭਰਵੀਆਂ ਕਾਮਯਾਬ ਮੀਟਿੰਗਾਂ ਜਿਹੜੀਆਂ ਕਰਵਾ ਰਹੇ ਹਾਂ, ਜਿਹਦੇ ਵਿੱਚ ਅਸੀਂ ਚਾਚੋਕੀ, ਨੰਗਲ, ਪੰਡਵਾ, ਮੇਟਾਂ, ਨਾਨਕ ਨਗਰੀ ਔਰ ਹਰਦਾਸਪੁਰ, ਗੰਡਮਾ ਤੇ ਟਿੱਬੀ, ਇਸ ਤਰ੍ਹਾਂ ਅਸੀਂ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਮੀਟਿੰਗਾਂ ਲੈ ਚੁੱਕੇ ਹਾਂ। ਔਰ ਉਹਨਾਂ ਮੀਟਿੰਗਾਂ ਦੇ ਵਿੱਚ ਬੇਸ਼ੁਮਾਰ ਜਿਹੜਾ ਭਾਰੀ ਪਿੰਡਾਂ 'ਚ ਇਸ ਵੇਲੇ ਮਾਹੌਲ ਆ, ਉਤਸ਼ਾਹ ਆ, ਕਿਉਂਕਿ ਜਿੱਥੇ ਬਸਪਾ ਦੇ ਵਿੱਚ ਜਿਹੜਾ ਉਭਾਰ ਆਇਆ, ਕਿਉਂਕਿ ਗਠਬੰਧਨ ਦੀ ਲੋਕ ਮੰਗ ਕਰ ਰਹੇ ਸੀ ਕਾਫੀ ਲੰਬੇ ਅਰਸੇ ਤੋਂ। ਔਰ ਅੱਜ ਜਦੋਂ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ, ਭੈਣ ਕੁਮਾਰੀ ਮਾਇਆਵਤੀ ਜੀ ਔਰ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਔਰ ਸਰਦਾਰ ਰਣਧੀਰ ਸਿੰਘ ਬੈਣੀਪਾਲ ਜੀ, ਜਿਹੜੇ ਇੰਚਾਰਜ ਪੰਜਾਬ, ਚੰਡੀਗੜ੍ਹ ਤੇ ਹਰਿਆਣਾ, ਇਹਨਾਂ ਨੇ ਮਿਲ ਕੇ ਜਿਹੜਾ ਆ ਇਹ ਸਮਝੌਤੇ ਦੀ ਗੱਲਬਾਤ, ਜੋ ਲੋਕਾਂ ਦੀ ਭਾਵਨਾ ਸੀ ਉਹਨੂੰ ਪੂਰਾ ਕੀਤਾ ਔਰ ਗਠਬੰਧਨ ਹੋਇਆ। ਗਠਬੰਧਨ ਤੋਂ ਬਾਅਦ ਮਾਹੌਲ ਜਿਹੜਾ ਇਸ ਵੇਲੇ ਚੇਂਜ ਹੋਇਆ, ਜਿਹਦੇ ਕਰਕੇ ਅੱਜ ਲੋਕਾਂ 'ਚ ਭਾਰੀ ਉਤਸ਼ਾਹ ਹੋਣ ਦੇ ਨਾਲ ਦੂਸਰੀਆਂ ਪਾਰਟੀਆਂ ਬਖਲਾ ਗਈਆਂ। ਇੱਥੋਂ ਤੱਕ ਕਿ ਆਮ ਪਾਰਟੀ ਦੀ ਜਿਹੜੀ ਨੇਤਾ ਆ, ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਨੇ ਔਰਤ ਜਾਤੀ ਨੂੰ ਹਰ ਤਰ੍ਹਾਂ ਦੇ ਅਧਿਕਾਰ ਲੈ ਕੇ ਦਿੱਤੇ ਆ, ਔਰਤ ਨੂੰ ਮਾਨ ਸਨਮਾਨ ਦੀ ਜ਼ਿੰਦਗੀ ਜਿਹੜੀ ਜਿਉਣ ਦੇ ਮੌਕੇ ਦਿੱਤੇ ਆ, ਪੰਚੀ ਸਰਪੰਚੀ ਤੋਂ ਲੈ ਕੇ ਦੇਸ਼ ਦੀ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਬਣਨ ਤੱਕ ਦੇ ਜਿਹੜੇ ਆ ਉਹ ਮੌਕੇ ਦਿੱਤੇ ਆ, ਤਾਂ ਉਹ ਜੇ ਆਮ ਪਾਰਟੀ ਦੀ ਅੱਜ ਉਹ ਨੇਤਾ ਬਣੀ ਆ, ਤੇ ਇਹ ਦੇਣ ਕੱਲੀ ਜਿਹੜੀ ਹੈ ਆਮ ਪਾਰਟੀ ਦੇ ਨੇਤਾ ਦੀ ਦੇਣ ਨਹੀਂ ਹੈਗੀ, ਕੇਜਰੀਵਾਲ ਦੀ। ਇਹ ਬਾਬਾ ਸਾਹਿਬ ਨੇ ਅਧਿਕਾਰ ਦਿੱਤੇ ਕਰਕੇ ਆਮ ਪਾਰਟੀ 'ਚ ਉਹਨੂੰ ਸਥਾਨ ਮਿਲਿਆ, ਤੇ ਉਹ ਸੰਵਿਧਾਨ ਨੂੰ ਮਾੜਾ ਕਹਿਣ ਲੱਗ ਪਈ ਆ। ਇਹ ਗਠਬੰਧਨ ਦੀ ਦੇਣ ਆ ਕਿ ਬਖਲਾਹਟ ਵਿੱਚ ਆਏ ਹੋਏ ਉਹ ਸੰਵਿਧਾਨ ਨੂੰ ਮਾੜਾ ਕਹਿਣ ਡਏ ਆ, ਬਾਬਾ ਸਾਹਿਬ ਦੀ ਸੋਚ ਨੂੰ ਜਿਹੜਾ ਆ ਉਹ ਗਲਤ ਕਹਿ ਰਿਹਾ ਆ। ਇਸੇ ਤਰ੍ਹਾਂ ਜਿਵੇਂ ਮਹਾਤਮਾ ਗਾਂਧੀ, ਜਿਹੜਾ ਕਾਂਗਰਸ ਦਾ ਨੇਤਾ ਸੀ, ਜਿਹੜਾ ਕਹਿੰਦਾ ਮੈਂ ਸਾਰੇ ਰਾਸ਼ਟਰ ਦਾ ਨੇਤਾ ਆ, ਪਰ ਦਲਿਤ ਤੇ ਪਛੜੇ ਨੂੰ ਉਹ ਐਜੂਕੇਸ਼ਨ ਤੋਂ ਵਾਂਝਾ ਰੱਖਣਾ ਚਾਹੁੰਦਾ ਸੀ, ਅਧਿਕਾਰਾਂ ਤੋਂ ਵਾਂਝਾ ਰੱਖਣਾ ਚਾਹੁੰਦਾ ਸੀ। ਉਹ ਜਿਹੜਾ ਆ ਪਾਕਿਸਤਾਨ ਭਾਵੇਂ ਬਣ ਕੇ ਜਿਹੜਾ ਮੁਸਲਿਮ ਭਾਈਚਾਰਾ ਉਹ ਆਪਣੇ ਅਧਿਕਾਰ ਲੈ ਲਵੇ, ਲੇਕਿਨ ਉਹ ਸਾਰਾ ਬਾਕੀ ਤੇ ਕਬਜ਼ਾ ਕਰਨਾ ਚਾਹੁੰਦਾ ਸੀ। ਪਰ ਧੰਨਿਆ ਪਰਮ ਪੂਜੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ, ਜਿਨ੍ਹਾਂ ਨੇ ਦਲਿਤਾਂ, ਪਛੜਿਆਂ, ਔਰਤਾਂ ਨੂੰ ਅਧਿਕਾਰ ਲੈ ਕੇ ਦਿੱਤੇ ਆ, ਸੰਵਿਧਾਨ ਦੇ ਵਿੱਚ ਜਿਹੜੇ ਆ ਉਹ ਮੌਲਿਕ ਅਧਿਕਾਰਾਂ 'ਚ ਦਰਜ ਕੀਤਾ। ਤੇ ਅੱਜ ਵੀ ਮਾਨਸਿਕਤਾ ਕਾਂਗਰਸ ਦੀ ਉਹੋ ਜਿਹੀ ਹੈ ਕਿ ਕਾਂਗਰਸ ਦਾ ਰਵਨੀਤ ਬਿੱਟੂ ਮਹਾਤਮਾ ਗਾਂਧੀ ਦੀ ਬੋਲੀ ਬੋਲ ਰਿਹਾ ਕਿ ਜਿਹੜੀਆਂ ਚਮਕੌਰ ਸਾਹਿਬ ਤੇ ਅਨੰਦਪੁਰ ਸਾਹਿਬ ਦੀਆਂ ਸੀਟਾਂ ਆ, ਇਹ ਵੰਡ ਦੇ ਵਿੱਚ ਬਸਪਾ ਦੇ ਹਿੱਸੇ ਕਿਉਂ ਆਈਆਂ? ਇਹ ਤਾਂ ਪਵਿੱਤਰ ਸੀਟਾਂ ਆ। ਇਸ ਕਰਕੇ ਜਿਹੜੇ ਗੁਰੂ ਸਾਹਿਬ ਚਾਹੁੰਦੇ ਸੀ
ਬਈ ਇਨ ਗਰੀਬ ਸਿੱਖਣ ਕੋ ਮੈਂ ਤੂੰ ਪਾਤਸ਼ਾਹੀ ਕਿਉਂ ਕਹਿੰਦੇ ਸੀ, ਕਿਉਂਕਿ ਨੌਵੇਂ ਪਾਤਸ਼ਾਹ ਜੀ ਦਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸੀਸ ਚਾਂਦਨੀ ਚੌਕ ਦਿੱਲੀ ਤੋਂ ਜਦੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈ ਕੇ ਆਏ ਤਾਂ ਇਹਨਾਂ ਦਲਿਤਾਂ ਪਛੜਿਆਂ ਨੂੰ ਉਹਨਾਂ ਨੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਦਿੱਤਾ ਤੇ ਇਨਹੀ ਕੀ ਕਿਰਪਾ ਸੇ ਸਜੇ ਹਮ ਹੈ, ਇਹ ਜਿਹੜਾ ਮਾਨ ਸਨਮਾਨ ਦਿੱਤਾ। ਤੇ ਉਹ ਜਿਹੜੀਆਂ ਸੀਟਾਂ ਆ ਫੇਰ ਸਾਡੇ ਹਿੱਸੇ ਕਿਉਂ ਨਹੀਂ ਆ ਸਕਦੀਆਂ। ਦੂਸਰੇ ਪਾਸੇ ਗੜੀ ਚਮਕੌਰ ਦੇ ਵਿੱਚ ਜਦੋਂ ਜਿਹੜੀ ਆ ਜੰਗ ਛਿੜੀ ਹੋਈ ਸੀ, ਜਿਸ ਵੇਲੇ ਗੁਰੂ ਸਾਹਿਬ ਦੇ ਨਾਲ ਜਿਹੜੇ ਬਾਬਾ ਸੰਗਤ ਸਿੰਘ ਜੀ ਡਟ ਕੇ ਖੜੇ ਆ, ਤਾਂ ਗੁਰੂ ਸਾਹਿਬ ਨੇ ਮਾਨ ਸਨਮਾਨ ਬਰਾਬਰੀ ਦਾ ਦਰਜਾ ਦੇਣ ਵਾਸਤੇ, ਗੈਰ ਬਰਾਬਰੀ ਨੂੰ ਖਤਮ ਕਰਨ ਵਾਸਤੇ ਕਲਗੀ ਤੇ ਤੋੜਾ ਦਿੱਤਾ ਤੇ ਅੱਜ ਉਹ ਸੀਟ ਜਿਹੜੀ ਹੈ ਬਸਪਾ ਦੇ ਜੇ ਹਿੱਸੇ ਆਈ ਆ। ਤੇ ਇਹ ਜਿਹੜੇ ਦਲਿਤ ਪਛੜਾ ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਮਾਨ ਸਨਮਾਨ ਦਿੱਤਾ ਸੀ, ਉਹ ਅੱਜ ਵੀ ਜਿਹੜਾ ਅਪਮਾਨਿਤ ਹੈ, ਪਵਿੱਤਰ ਤੇ ਪਵਿੱਤਰ ਦੱਸਣ ਡਏ ਆ। ਇਹ ਸਿਰਫ ਤੇ ਸਿਰਫ ਕਾਂਗਰਸ ਜਿਹੜੀ ਆ ਦਲਿਤ ਪਛੜਾ ਤੇ ਔਰਤਾਂ ਦੇ ਅਪਮਾਨ ਵਿੱਚ ਅੱਜ ਵੀ ਖੜੇ ਆ। ਇਸ ਕਰਕੇ ਕਾਂਗਰਸ ਦਾ ਰਵਨੀਤ ਬਿੱਟੂ ਜਿਹੜਾ ਉਹ ਗਲਤ ਬੋਲਿਆ। ਤੋ ਜਿਹੜਾ ਭਾਜਪਾ ਦਾ ਹਰਦੀਪ ਉਹਨੇ ਵੀ ਜਿਹੜਾ ਆ ਉਹ ਸ਼ਬਦ ਬੋਲੇ ਆ। ਇਸੇ ਤਰ੍ਹਾਂ ਜਿਹੜਾ ਅਕਾਲੀ ਦਲ ਦੇ ਵਿੱਚੋਂ ਨਿਕਲਿਆ ਹੋਇਆ ਆਪਣੇ ਸੁਖਦੇਵ ਸਿੰਘ ਢੀਂਡਸਾ ਆ, ਉਹਨੇ ਵੀ ਜਿਹੜਾ ਆ ਦਲਿਤਾਂ ਨੂੰ ਮਾੜੇ ਲਫ਼ਜ਼ ਬੋਲੇ ਆ। ਔਰ ਇੱਕ ਤਾਂ ਜਿਹੜਾ ਸੰਗਰੂਰ ਤੋਂ ਐਮਐਲਏ ਆ, ਉਹਨੇ 2 ਕਾਸਟਾਂ ਨੂੰ ਹਰਾਮਦੇ ਤੱਕ ਕਹਿ ਦਿੱਤਾ। ਇਸ ਕਰਕੇ ਇਹ ਸਾਰੇ ਦਾ ਸਾਰਾ ਜਿਹੜਾ ਦੇਖਣ ਨੂੰ ਅੱਜ ਨਜ਼ਰ ਆ ਰਿਹਾ, ਇਹ ਬਹੁਜਨ ਸਮਾਜ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਗਠਬੰਧਨ ਦੀ ਜਿਹੜੀ ਹਵਾ ਆ ਪੂਰੇ ਪੰਜਾਬ ਦੇ ਵਿੱਚ ਉਹ ਪ੍ਰਚੰਡ ਹੋ ਚੁੱਕੀ ਹੈ। ਤੇ ਜਿਹੜੀ ਇਹ ਸਾਰੇ ਆਮ ਪਾਰਟੀ, ਕਾਂਗਰਸ ਤੇ ਭਾਜਪਾ ਇਹ ਬੁਖਲਾਹਟ ਦੇ ਵਿੱਚ ਊਲ ਜਲੂਲ ਬੋਲ ਰਹੇ ਆ। ਇਸ ਕਰਕੇ ਗਠਬੰਧਨ ਦੇ ਤਹਿਤ ਜਿਹੜਾ ਜਿਵੇਂ 1996 ਦੇ ਵਿੱਚ ਸਮਝੌਤਾ ਹੋਇਆ ਸੀ ਤੇ 13 ਮੈਂਬਰ ਪਾਰਲੀਮੈਂਟ ਦੇ ਵਿੱਚੋਂ 8 ਜਿਹੜੇ ਆ ਅਕਾਲੀ ਦਲ ਬਾਦਲ ਜਿੱਤਿਆ ਸੀ ਤੇ 3 ਜਿਹੜੀਆਂ ਬਹੁਜਨ ਸਮਾਜ ਪਾਰਟੀ ਨੇ ਜਿੱਤੀਆਂ ਸੀ, 2 ਸਿਰਫ ਬਾਹਰ ਸੀਟਾਂ ਗਈਆਂ ਸੀ। ਗਠਬੰਧਨ ਜਿਹੜਾ ਆ ਉਹ 90% ਕਾਮਯਾਬ ਹੋਇਆ ਸੀ। ਇਸੇ ਤਰ੍ਹਾਂ ਅੱਜ ਜਿਹੜਾ ਗਠਬੰਧਨ ਆ ਇਹ ਪੂਰਾ ਕਾਮਯਾਬ ਹੋਵੇਗਾ ਔਰ ਇਹਦੀ ਜਿਹੜੀ ਹਵਾ ਆ ਉਹ ਫਗਵਾੜਾ ਦੇ ਵਿੱਚ ਖਾਸ ਕਰਕੇ ਬਹੁਤ ਦੇਖਣ ਨੂੰ ਮਿਲੀ ਆ, ਕਿਉਂਕਿ ਪਿੰਡਾਂ 'ਚ ਜਿਹੜੀਆਂ ਅਸੀਂ ਮੀਟਿੰਗਾਂ ਕਰ ਰਹੇ ਆ ਉਹ ਕਾਮਯਾਬ ਮੀਟਿੰਗਾਂ ਆ। ਔਰ ਜਿਹੜਾ ਟਾਰਗੇਟ 10,000 ਦਾ ਫਗਵਾੜੇ ਨੂੰ ਲੱਗਾ ਆ, ਉਹਨੂੰ ਅਸੀਂ ਜਿਹੜਾ ਆ ਉਹ ਪੂਰਾ 10,000 ਤੋਂ ਵੱਧ ਲੋਕ ਜਿਹੜੇ ਆ ਉਹ ਫਗਵਾੜੇ ਦੇ ਵਿੱਚੋਂ ਅਲਖ ਜਗਾਓ ਮਹਾਰੈਲੀ ਦੇ ਵਿੱਚ ਪਹੁੰਚਣਗੇ। ਤੋਂ ਇਹ ਰੈਲੀ ਦੀਆਂ ਤਿਆਰੀਆਂ ਜਿਹੜੀਆਂ ਪੂਰੀਆਂ ਜ਼ੋਰਾਂ ਤੇ ਆ। ਤੇ ਇਸੇ ਤਰ੍ਹਾਂ ਜਿਹੜਾ ਆਪਾਂ 1 ਲੱਖ ਤੋਂ ਵੱਧ ਬੰਦਾ ਇਕੱਠਾ ਕਰਨਾ ਇਸ ਰੈਲੀ ਦਾ ਟਾਰਗੇਟ ਆ। ਤੋ ਇਹ ਬਾਕੀ ਜਿਹੜਾ ਪੂਰੇ ਪੰਜਾਬ ਭਰ ਤੋਂ ਲੋਕ ਆਉਣਗੇ। ਔਰ ਪਿੰਡਾਂ ਦੇ ਵਿੱਚ ਜਦੋਂ ਅਸੀਂ ਜਾਂਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਵਰਕਰ ਆ ਉਹ ਸਾਨੂੰ ਖੁਦ ਰੋਕ ਕੇ ਉਹ ਕਹਿੰਦੇ ਆ ਬਈ ਸਾਡੇ ਪਿੰਡ ਜਿਹੜਾ ਤੁਸੀਂ ਕਦੋਂ ਮੀਟਿੰਗ ਲੈਣ ਆਉਣਾ। ਤੇ ਅੱਜ ਜਿਹੜਾ ਪੂਰੇ ਜਾਹੋ ਜਲਾਦ ਦੇ ਨਾਲ ਵਹੀਰਾਂ ਘੱਤ ਕੇ ਟਰਾਲੀਆਂ ਦੇ ਵਿੱਚ, ਜਿੱਦਾਂ ਅਸੀਂ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਲਾ ਮਹੱਲਾ ਤੇ ਵਿਸਾਖੀ ਤੇ ਲੋਕ ਜਾਂਦੇ ਆ ਔਰ ਝੰਡੇ ਲੈ ਕੇ ਨਿਸ਼ਾਨ ਸਾਹਿਬ ਲੈ ਕੇ ਜਾਂਦੇ ਆ, ਇਸੇ ਤਰ੍ਹਾਂ ਇਸ ਰੈਲੀ ਦੇ ਵਿੱਚ ਅਸੀਂ ਜਿਹੜੇ ਲੋਕ ਉਹ ਤਿਆਰ ਹੋ ਰਹੇ ਆ ਕਿ ਜੇ ਅਸੀਂ ਗੁਰੂ ਰਵਿਦਾਸ ਸ਼ੋਭਾ ਯਾਤਰਾ ਦੇ ਵਿੱਚ ਟਰਾਲੀਆਂ ਇੱਕ ਪਿੰਡ ਚੋਂ 3-3 4-4 ਭਰ ਕੇ ਲਿਜਾਂਦੇ ਆ, ਤਾਂ ਇਸੇ ਜਿਹੜੀ ਆ ਅਲਖ ਜਗਾਓ ਰੈਲੀ ਦੇ ਵਿੱਚ ਵੀ ਅਸੀਂ ਪਿੰਡ ਦੇ ਵਿੱਚੋਂ 4-4 5-5 ਟਰਾਲੀਆਂ ਭਰ ਕੇ ਜਿਹੜਾ, ਕਿਉਂਕਿ ਸਾਧਨਾਂ ਦੀ ਕੋਈ ਘਾਟ ਨਹੀਂ। ਅੱਜ ਜਿਹੜਾ ਸਾਡੇ ਨਾਲ ਅਕਾਲੀ ਦਲ ਦੇ ਵਰਕਰ ਆ ਉਹ ਪਿੰਡ ਦੇ ਵਿੱਚੋਂ ਉਹਨਾਂ ਨੇ ਵੀ ਸਾਨੂੰ ਪੂਰਾ ਸਹਿਯੋਗ ਕਰਨਾ। ਤੋ ਇਸ ਕਰਕੇ ਪੂਰਾ ਜਿਹੜਾ ਇਸ ਵੇਲੇ ਜ਼ੋਰ ਆ। ਕੌਲ ਸਾਹਿਬ, ਜਿਵੇਂ ਤੁਸੀਂ ਇਹ ਕਿਹਾ ਕਿ 29 ਅਗਸਤ ਦੀ ਜਿਹੜੀ ਇਹ ਅਲਖ ਜਗਾਓ ਰੈਲੀ ਰੱਖੀ ਗਈ ਹੈਗੀ ਆ, ਕਰੀਬ 1 ਲੱਖ ਲੋਕ ਇੱਥੇ ਇਕੱਠ ਹੋਣ ਦੇ ਜਿਹੜੇ ਅਨੁਮਾਨ ਤੁਹਾਡੇ ਵੱਲੋਂ ਲਗਾਏ ਜਾ ਰਹੇ ਨੇ ਜਾਂ ਮਿਹਨਤ ਕੀਤੀ ਜਾਏ ਜਾਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ, ਇਹ 1 ਲੱਖ ਜਿਹੜਾ ਲੋਕ ਇਕੱਠੇ ਹੋ ਰਹੇ ਨੇ, ਇਹ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਇਹ ਰੈਲੀ ਹੈਗੀ ਆ ਜਿਹੜੀ ਅਲਖ ਜਗਾਓ ਰੈਲੀ? ਇਹ ਰੈਲੀ ਜਿਹੜੀ ਹੈ ਜੀ ਬਹੁਜਨ ਸਮਾਜ ਪਾਰਟੀ ਪੰਜਾਬ ਵੱਲੋਂ ਉਲੀਕੀ ਗਈ ਆ, ਲੇਕਿਨ ਇਹਦੇ ਵਿੱਚ ਜਦੋਂ ਅਸੀਂ ਗਠਬੰਧਨ ਕੀਤਾ ਆ ਤਾਂ ਇਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਬਾਦਲ ਉਹ ਵੀ ਪਹੁੰਚ ਰਹੇ ਆ, ਮੁੱਖ ਬੁਲਾਰੇ ਆ ਉਹਦੇ, ਉਹ ਵੀ ਬੁਲਾਰਿਆਂ ਦੇ ਵਿੱਚ ਆ। ਤੇ ਉਹ ਵਰਕਰ ਵੀ ਜਿਹੜੇ ਆ ਸਾਰੇ ਜਿਹੜੇ ਆਗੂ ਸਹਿਬਾਨ ਆ ਉਹ ਵੀ ਪਹੁੰਚਣਗੇ। ਰੈਲੀ ਗਠਬੰਧਨ ਦੇ ਤੌਰ ਤੇ ਹੋਗੀ, ਵੱਲੋਂ
ਬਹੁਜਨ ਸਮਾਜ ਪਾਰਟੀ ਪੰਜਾਬ। ਬਹੁਤ ਚੰਗੀ ਗੱਲ ਹੈ ਤੇ ਅਸੀਂ ਆਸ ਕਰਦੇ ਕਿ ਚੰਗਾ ਇਕੱਠ ਹੋਏਗਾ। ਪਰ ਇਹ ਕੀ ਲੱਗਦਾ ਕਿ ਇਹ ਜਿਹੜਾ ਬਹੁਤ ਵੱਡਾ ਇਕੱਠ ਅਲਖ ਜਗਾਓ ਰੈਲੀ ਪੰਜਾਬ ਦੀ ਜਿਹੜੀ ਸੂਬੇ ਭਰ ਦੀ ਇਹ ਚੋਣਾਂ ਨੂੰ ਲੈ ਕੇ ਪਹਿਲੀ ਰੈਲੀ ਜਿਹੜੀ ਹੋ ਰਹੀ ਹੈ ਫਗਵਾੜੇ ਦੇ ਵਿੱਚ ਤੁਹਾਡੇ ਹਲਕੇ ਦੇ ਵਿੱਚ, ਇਸ ਹਲਕੇ ਦੇ ਵਿੱਚੋਂ ਇਸ ਰੈਲੀ ਦਾ ਫਾਇਦਾ ਕਿਹਨੂੰ ਮਿਲਦਾ ਦੀਦਾ? ਮੈਂ ਇਹ ਖਾਸ ਕਰਕੇ ਪੁੱਛਣਾ ਚਾਹੁੰਦਾ ਸੀਗਾ ਵੀ ਇੱਥੋਂ ਉਮੀਦਵਾਰ ਕੌਣ ਹੋਣਗੇ? ਦੇਖੋ, ਇਹ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਜਿਹੜੀ ਹੈ ਜੀ, ਇਹ ਗਠਬੰਧਨ ਦੇ ਤਹਿਤ ਸੀਟ ਜਿਹੜੀ ਬਹੁਜਨ ਸਮਾਜ ਪਾਰਟੀ ਦੇ ਹਿੱਸੇ ਆਈ ਹੈ। ਜਿਵੇਂ ਅਸੀਂ ਪਿਛਲੀ ਵਾਰ ਪਾਰਲੀਮੈਂਟ ਦੀ ਇਲੈਕਸ਼ਨ ਜਿਹੜੀ ਲੜੀ ਆ ਉਹ ਪੀਡੀਏ ਬਣਿਆ ਸੀ ਤਾਂ ਗਠਬੰਧਨ ਦੇ ਤਹਿਤ ਲੜੀ ਗਈ ਸੀ ਇਲੈਕਸ਼ਨ, ਤਾਂ ਉਹਦੇ ਵਿੱਚ ਅਸੀਂ 30,000 ਤੱਕ ਵੋਟ ਲਗਾਏ ਸੀ ਤੇ 30,000 ਦੇ ਵਿੱਚ ਜਿਹੜਾ ਪੀਡੀਏ ਤਾਂ ਬਣਿਆ ਸੀ ਲੇਕਿਨ ਬਾਕੀ ਲੋਕਾਂ ਦਾ ਵੋਟ ਇੱਥੇ ਬਹੁਤ ਘੱਟ ਸੀਗਾ। ਅੱਜ ਜਦੋਂ ਅਕਾਲੀ ਦਲ ਬਾਦਲ ਇੱਕ ਜਿਹੜੀ ਮਜ਼ਬੂਤ ਪਾਰਟੀ ਆ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਵੀ ਸੱਤਾ ਪਰਿਵਰਤਨ ਹੋਈ ਆ, ਜਾਂ ਕਾਂਗਰਸ ਦੀ ਸਰਕਾਰ ਬਣੀ ਆ ਤੇ ਜਾਂ ਅਕਾਲੀ ਦਲ ਦੀ ਬਣੀ ਆ, ਤੇ ਅੱਜ ਅਕਾਲੀ ਦਲ ਵੱਡਾ ਖੇਮਾ ਜਿਹੜਾ ਉਹ ਬਹੁਜਨ ਸਮਾਜ ਪਾਰਟੀ ਇੱਕ ਦੁਆਬੇ ਦਾ ਗੜ੍ਹ ਆ। ਦੁਆਬੇ 'ਚ ਬਹੁਜਨ ਸਮਾਜ ਪਾਰਟੀ ਮਜ਼ਬੂਤ ਪਾਰਟੀ ਆ ਔਰ ਪੰਜਾਬ 'ਚ ਅੱਜ ਜਿਹੜਾ ਹੋਰ ਵੀ ਉੱਭਰ ਕੇ ਬਾਕੀ ਸੀਟਾਂ ਤੇ ਵੀ ਮਜ਼ਬੂਤ ਹੋਈ ਆ, ਕਿਉਂਕਿ ਜੇ ਗਠਬੰਧਨ ਕੀਤਾ ਤਾਂ ਅੱਜ ਪੂਰੇ ਪੰਜਾਬ ਦੇ ਵਿੱਚ ਸੀਟਾਂ ਦੀ ਜਿਹੜੀ ਹੈ ਵੰਡ ਉਹ ਮਾਨਯੋਗ ਸਰਦਾਰ ਰਣਧੀਰ ਸਿੰਘ ਬੈਣੀਪਾਲ ਜੀ ਇੰਚਾਰਜ ਪੰਜਾਬ, ਹਰਿਆਣਾ ਤੇ ਹਿਮਾਚਲ ਔਰ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ, ਇਹਨਾਂ ਨੇ ਭੈਣ ਕੁਮਾਰੀ ਮਾਇਆਵਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਸੀਟਾਂ ਪੂਰੇ ਪੰਜਾਬ 'ਚੋਂ ਲਈਆਂ। ਤੋ ਇਸ ਕਰਕੇ ਇਹ ਜਿਹੜੀ ਰੈਲੀ ਦਾ ਫਾਇਦਾ ਆ, ਕਿਉਂਕਿ ਜੇ ਬਸਪਾ ਦੇ ਹਿੱਸੇ ਆਈ ਆ ਤੇ ਬਸਪਾ ਨੂੰ ਮਿਲੇਗਾ। ਤੇ ਬਾਕੀ ਜਿਹੜਾ ਕੈਂਡੀਡੇਟ ਦੀ ਗੱਲ ਆ, ਇਹ ਅਨੁਸ਼ਾਸਨ ਵਾਲੀ ਪਾਰਟੀ ਆ ਬਹੁਜਨ ਸਮਾਜ ਪਾਰਟੀ। 5 ਸੀਟਾਂ ਦਾ ਐਲਾਨ ਸਿਰਫ ਅਜੇ ਕੀਤਾ ਆ ਤੇ ਬਾਕੀ ਸੀਟਾਂ ਦਾ ਐਲਾਨ ਕਰਨਾ ਆ ਤੇ 29 ਅਗਸਤ ਦੀ ਰੈਲੀ ਤੋਂ ਬਾਅਦ ਜਿਹੜਾ ਆ ਉਹ ਐਲਾਨ ਜੋ ਵੀ ਪਾਰਟੀ ਆ ਉਹ ਫੈਸਲਾ ਕਰੇਗੀ। ਔਰ ਸਾਡੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਜੀ ਇਹ ਸਾਡੇ ਨਾਲ ਜਿਹੜਾ ਰੈਲੀ ਦੀਆਂ ਤਿਆਰੀਆਂ ਕਰਵਾ ਰਹੇ ਆ ਔਰ ਇਹਨਾਂ ਨੇ ਸਾਰੇ ਫਗਵਾੜੇ ਦੇ ਵਰਕਰਾਂ ਨੂੰ ਨਾਲ ਲੈ ਕੇ ਉਹ ਜਦੋਂ ਆਪਣੇ ਪਹਿਲਾਂ ਬਣੇ ਆ ਪ੍ਰਧਾਨ ਤੇ ਉਸ ਤੋਂ ਬਾਅਦ 22 ਦੀ ਇਲੈਕਸ਼ਨ ਹੋਈ ਆ, 22 ਦੀ ਇਲੈਕਸ਼ਨ ਤੋਂ ਬਾਅਦ ਸਾਡੇ ਭੈਣ ਜੀ ਰਚਨਾ ਦੇਵੀ ਆ, ਉਹਨਾਂ ਦੇ ਘਰ ਸਾਰੇ ਵਰਕਰ ਇਕੱਠੇ ਹੋਏ ਸੀ। ਇਹਨਾਂ ਨੇ ਕਿਹਾ ਸੀ ਵੀ ਅਗਲਾ ਜਿਹੜਾ ਕੋਈ ਵੀ ਜਦੋਂ ਇਲੈਕਸ਼ਨ ਆਏਗਾ ਤੇ ਫਗਵਾੜਾ ਤੋਂ ਕੈਂਡੀਡੇਟ ਦਿੱਤਾ ਜਾਏਗਾ ਤੇ ਫਗਵਾੜਾ ਲੋਕਲ ਹੋਏਗਾ। ਇਸ ਕਰਕੇ ਫਗਵਾੜੇ ਦੇ ਵਰਕਰ ਸਮਰਥਕ ਜਿਹੜੇ ਆ ਉਹ ਬੜੇ ਭਾਰੀ ਉਤਸ਼ਾਹ ਨਾਲ ਜਿਹੜਾ ਬਹੁਜਨ ਸਮਾਜ ਪਾਰਟੀ ਦਾ ਲੰਬੇ ਅਰਸੇ ਤੋਂ ਕੰਮ ਕਰ ਰਹੇ ਆ, ਕਿਉਂਕਿ ਇੱਥੇ ਫਗਵਾੜੇ ਦੇ ਵਿੱਚ ਕਦੀ ਵੀ ਜਦੋਂ ਵੀ ਇਲੈਕਸ਼ਨ ਆਉਂਦਾ ਤੇ ਕਿਸੇ ਵੀ ਸੀਟ ਤੋਂ ਘੱਟ ਜਿਹੜਾ ਆ ਉਹ ਮੁਕਾਬਲਾ ਅਸੀਂ ਪਿੱਛੇ ਨਹੀਂ ਰਹਿੰਦੇ। ਤੇ ਇਸ ਕਰਕੇ ਫਗਵਾੜੇ ਦੇ ਵਰਕਰਾਂ 'ਚ ਭਾਰੀ ਜੋਸ਼ ਆ ਤੇ ਜਿਹੜਾ ਇਲੈਕਸ਼ਨ ਸੰਬੰਧੀ ਮੀਟਿੰਗ ਵੀ ਕੀਤੀ ਗਈ ਸੀ ਔਰ ਉਹਨਾਂ ਦੀ ਮੰਗ ਵੀ ਸੀ ਵੀ ਜੇ ਬਾਕੀ ਤਾਂ ਜੋ ਪਾਰਟੀ ਹਾਈ ਕਮਾਂਡ ਨੇ ਫੈਸਲਾ ਕਰਨਾ ਉੱਤੇ ਸਾਰੇ ਪਹਿਰਾ ਦੇਣਗੇ, ਲੇਕਿਨ ਸਾਡੀ ਫਗਵਾੜਾ ਵਾਸੀਆਂ ਦੀ ਫਗਵਾੜੇ ਵਾਲਿਆਂ ਨੇ, ਕਿਉਂਕਿ ਮੈਂ ਮੀਟਿੰਗ ਜਿਹੜੀ ਆ ਲਈ ਸੀਗੀ ਤਾਂ ਉਹਦੇ ਵਿੱਚ ਸਾਰਿਆਂ ਨੇ ਮੈਨੂੰ ਕਿਹਾ ਸੀ ਵੀ ਆਹ ਸਾਡੀ ਗੱਲ ਜਿਹੜੀ ਹੈ ਉਹ ਹਾਈ ਕਮਾਂਡ ਤੱਕ ਪਹੁੰਚਾਓ ਬਈ ਇਸ ਵਾਰ ਜਿਹੜਾ ਆ ਫਗਵਾੜੇ ਨੂੰ ਲੰਬੇ ਅਰਸੇ ਬਾਅਦ ਮੌਕਾ ਮਿਲਿਆ ਤੇ ਸੀਟ ਜਿਹੜੀ ਆ ਫਗਵਾੜਾ ਤੋਂ ਹੀ ਕੈਂਡੀਡੇਟ ਨੂੰ ਲੜਾਇਆ ਜਾਵੇ, ਕਿਉਂਕਿ ਕਾਂਗਰਸ ਦਾ ਜਿਹੜਾ ਕੈਂਡੀਡੇਟ ਆ ਉਹ ਕਾਫੀ ਲੰਬੇ ਸਮੇਂ ਤੋਂ ਪਹਿਲਾਂ ਇੱਥੇ ਐਸਡੀਐਮ ਰਿਹਾ ਔਰ ਉਸ ਤੋਂ ਬਾਅਦ ਉਹਦੀ ਰਿਹਾਇਸ਼ ਇੱਥੇ ਆ ਤੇ ਇਸੇ ਤਰ੍ਹਾਂ ਜਿਹੜਾ ਸੋਮ ਪ੍ਰਕਾਸ਼ ਆ 2011 ਤੋਂ ਇੱਥੇ ਲੱਗਾ ਹੋਇਆ ਤੇ ਬਾਕੀ ਵੀ ਪਾਰਟੀਆਂ ਦੇ ਲੋਕਲ ਕੈਂਡੀਡੇਟ ਹੋਣੇ ਆ। ਅਗਰ ਅਸੀਂ ਮੁਕਾਬਲਾ ਕਰਨਾ ਤੇ ਮੁਕਾਬਲੇ ਲਈ ਜੇ ਫਗਵਾੜੇ ਦਾ ਕੈਂਡੀਡੇਟ ਹੋਏਗਾ ਤੇ ਸਾਡੀ ਵੋਟ ਜਿਹੜੀ ਆ ਹੋਰ ਵੀ ਵੱਧ ਕੇ, ਕਿਉਂਕਿ ਲੋਕਲ ਕੈਂਡੀਡੇਟ ਜਿਹੜਾ ਉਹ ਆਪਣੀ ਵੋਟ ਵੀ ਜਿਹੜੀ ਆ ਹੋਰ ਇਜ਼ਾਫਾ ਕਰਕੇ ਲਿਆ ਸਕਦਾ। ਇਸ ਕਰਕੇ ਬਾਕੀ ਹਾਈ ਕਮਾਂਡ ਦੇ ਉੱਤੇ ਆ, ਅਨੁਸ਼ਾਸਨ ਵਿੱਚ ਸਾਰੇ ਰਹਿਣ ਵਾਲੇ ਸਾਡੇ ਵਰਕਰ ਆ, ਜਿਹਨੂੰ ਨੀਲਾ ਝੰਡਾ ਤੇ ਹਾਥੀ ਨਿਸ਼ਾਨ ਮਿਲ ਜਾਣਾ ਤੇ ਉਹਦੇ ਮਗਰ ਜਿਹੜਾ ਆ ਉਹ ਸਾਰੇ ਲੋਕ ਜਿਹੜਾ ਪਹਿਰਾ ਦੇਣਗੇ। ਤੇ ਵੈਸੇ ਜਿਹੜੀ ਮੰਗ ਆ ਉਹ ਫਗਵਾੜੇ ਵਾਸੀਆਂ ਦੀ ਵੀ ਜੇ ਸੀਟ ਜਿਹੜੀ ਸਾਡੇ ਹਿੱਸੇ ਆਈ ਆ ਤਾਂ ਅਸੀਂ ਸਰਦਾਰ ਜਸਵੀਰ ਸਿੰਘ ਗੜੀ ਜੀ ਜਿਹੜੇ ਸਾਡੇ ਸੂਬਾ ਪ੍ਰਧਾਨ ਆ ਉਹਨਾਂ ਦੀ ਅਗਵਾਈ ਦੇ ਵਿੱਚ ਇਹ ਸੀਟ ਜਿੱਤਾਂਗੇ ਤੇ ਉਹਨਾਂ ਦਾ ਜਿਹੜਾ ਆ ਉਹ ਸਨਮਾਨ ਜਿਹੜਾ ਹੋਰ ਵੀ ਵਧੇਗਾ। ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਸੀਟ ਜਿਹੜੀ ਹੈ ਵੀ ਲੋਕਲ ਕਿਸੇ ਵਰਕਰ ਨੂੰ ਮਿਲਣੀ ਚਾਹੀਦੀ, ਕਿਸੇ ਲੀਡਰ ਸਾਹਿਬ ਨੂੰ ਮਿਲਣੀ ਚਾਹੀਦੀ ਹੈ। ਮੰਨ ਲਓ ਫਗਵਾੜਾ ਦੇ ਜਿੰਨੇ ਲੀਡਰ ਸਾਹਿਬਾਨ ਨੇ
ਇਹਦੇ ਵਿੱਚ ਤੁਸੀਂ ਵੀ ਦਾਅਵੇਦਾਰੀ ਰੱਖਦੇ ਹੋ ਕਿ ਤੁਸੀਂ ਵੀ ਮਿਹਨਤ ਕੀਤੀ, ਬਹੁਤ ਵੱਡੀ ਇੱਥੇ ਸਾਡੀ ਮਿਸ਼ਨਰੀ ਜਿਹੜੀ ਪਾਰਕ ਜਿਹੜਾ ਦੁਨੀਆ ਭਰ ਦੇ ਵਿੱਚ ਫਗਵਾੜਾ ਦੇ ਵਿੱਚ ਹਦੀਆਬਾਦ ਦੇ ਵਿੱਚ ਜਿੱਥੇ ਇਸ ਵੇਲੇ ਅਸੀਂ ਖੜੇ ਹਾਂ, ਇਹ ਨਾਮ ਹੈ, ਸਭ ਨੂੰ ਪਤਾ ਹੈ ਕਿ ਸੰਕੇਤ ਨੇ ਤੁਹਾਡੇ ਕਿ ਮਿਸ਼ਨਰੀ ਹੋ ਤੁਸੀਂ, ਅੱਛੀ ਵਿਚਾਰਧਾਰਾ ਰੱਖਦੇ ਹੋ ਔਰ ਬਹੁਤ ਵਾਰ ਤੁਸੀਂ MC ਵੀ ਬਣੇ ਹੋ। ਤੁਸੀਂ ਵੀ ਇੱਛੁਕ ਹੋ ਵਿਧਾਇਕ ਦੇ, ਤੁਸੀਂ ਚਾਹਵਾਨ ਹੋ ਬਣਨ ਦੇ, ਤੁਸੀਂ ਵੀ ਦਾਅਵੇਦਾਰੀ ਆਪਣੀ ਪੇਸ਼ ਕਰੋਗੇ? ਮੰਨ ਲਓ ਜੇ ਲੋਕਲ ਆਪਣੇ ਕਿਸੇ ਖਾਸ ਸ਼ਖਸੀਅਤ ਨੂੰ ਮੌਕਾ ਦਿੱਤਾ ਜਾਂਦਾ ਤਾਂ? ਦੇਖੋ ਉਹਦੇ ਵਿੱਚ ਇਦਾਂ ਆ ਬਈ ਮੈਂ ਜਿਹੜਾ ਆ 1997 ਤੋਂ ਫਗਵਾੜਾ ਸ਼ਹਿਰ ਦਾ ਪਹਿਲਾਂ ਮੈਂ ਪ੍ਰੈਜ਼ੀਡੈਂਟ ਬਣਿਆ ਜੀ ਸ਼ਹਿਰੀ ਦਾ। ਉਸ ਤੋਂ ਬਾਅਦ ਮੈਂ ਜ਼ਿਲ੍ਹੇ ਦਾ ਜਨਰਲ ਸਕੱਤਰ ਰਿਹਾ, 3 ਵਾਰ ਜ਼ਿਲ੍ਹੇ ਦਾ ਮੈਂ ਪ੍ਰਧਾਨ ਰਿਹਾ, ਫਿਰ ਮੈਂ ਜ਼ਿਲ੍ਹੇ ਦਾ ਵਾਈਸ ਪ੍ਰਧਾਨ ਵੀ ਸੀਗਾ। ਇੱਕ ਮੰਡਲਾਂ ਦੇ ਵਿੱਚ ਵੰਡ ਕੇ ਜਿਹੜਾ ਪੂਰੇ ਪੰਜਾਬ ਨੂੰ ਕੰਮ ਸ਼ੁਰੂ ਕੀਤਾ ਸੀ, ਉਸ ਮੰਡਲ ਦਾ ਜਿਹੜਾ 4-4 ਜ਼ਿਲ੍ਹਿਆਂ ਦਾ ਘੱਟੋ ਘੱਟ ਬਣਾਇਆ ਸੀ, ਉਹਦੇ ਵਿੱਚ ਮੈਂ ਜਿਹੜਾ ਆ ਉਹ ਜਨਰਲ ਸਕੱਤਰ ਰਿਹਾ। ਤੇ ਫਿਰ ਪਾਰਲੀਮੈਂਟ ਜਿਹੜਾ 3 ਜ਼ੋਨਾਂ 'ਚ 4-4 ਪਾਰਲੀਮੈਂਟ ਇਕੱਠੇ ਕਰਕੇ ਬਣਾਇਆ ਗਿਆ, ਲੁਧਿਆਣਾ ਜ਼ੋਨ ਬਣਾਇਆ ਸੀ, ਉਹਦਾ ਮੈਂ ਜਿਹੜਾ ਇੰਚਾਰਜ ਜ਼ੋਨ ਇੰਚਾਰਜ ਵੀ ਰਿਹਾ। ਤੇ ਫਿਰ ਉਸ ਤੋਂ ਬਾਅਦ ਫਗਵਾੜੇ ਨੂੰ ਲੋੜ ਪਈ ਬਈ ਫਗਵਾੜਾ ਸ਼ਹਿਰ ਦਾ ਪ੍ਰੈਜ਼ੀਡੈਂਟ ਜਿਹੜਾ ਚਾਹੀਦਾ, ਕਿਉਂਕਿ ਫਗਵਾੜੇ ਦੇ ਵਿੱਚ ਜਿਹੜਾ ਪਾਰਟੀ ਭੰਨ ਤੋੜ ਕਰਕੇ ਜਿਹੜਾ ਬਹੁਤ ਸਾਰਾ ਖੇਮਾ ਆ ਉਹ ਪਾਰਟੀ ਤੋਂ ਵੱਖ ਹੋ ਗਿਆ ਸੀ ਤੇ ਪਾਰਟੀ ਨੂੰ ਦੁਬਾਰਾ ਜਿਹੜਾ ਬੁਲੰਦੀਆਂ ਤੱਕ ਲਿਜਾਣਾ ਪੈਣਾ ਸੀ। ਕਿਉਂਕਿ ਪਹਿਲਾਂ ਜਦੋਂ ਸਤਨਾਮ ਸਿੰਘ ਨੇ ਪਾਰਟੀ ਨੂੰ ਤੋੜਿਆ ਤੇ ਉਸ ਵੇਲੇ ਵੀ ਮੈਨੂੰ ਸ਼ਹਿਰੀ ਪ੍ਰਧਾਨ ਲਗਾਇਆ ਗਿਆ, ਤੇ ਜਦੋਂ ਜਿਹੜਾ ਆ ਉਹ ਇੱਕ ਬਾਗੀ ਆ ਜਿਹੜਾ ਬੈਂਸਾਂ ਦੇ ਨਾਲ ਰਲਿਆ, ਉਹ ਜਦੋਂ ਚਲੇ ਗਿਆ ਕਾਫੀ ਪਾਰਟੀ ਨੂੰ ਲੈ ਕੇ, ਤਾਂ ਫਿਰ ਮੈਨੂੰ ਜੇ ਵਿਧਾਨ ਸਭਾ ਦਾ ਪ੍ਰਧਾਨ ਜ਼ੋਨਾਂ ਤੋਂ ਬਾਅਦ ਮੈਨੂੰ ਵਿਧਾਨ ਸਭਾ ਦੇ ਵਿੱਚ ਲਗਾਇਆ ਗਿਆ ਵੀ ਪਾਰਟੀ ਨੂੰ ਜਿਹੜਾ ਸਾਂਭਣ ਦੀ ਲੋੜ ਆ, ਤੇ ਮੈਂ ਜਿੱਥੇ ਵੀ ਮੈਨੂੰ ਲਾਇਆ ਗਿਆ ਮੈਂ ਲੱਗਿਆ। ਤੇ ਇਸ ਕਰਕੇ ਮੈਂ ਜਿੱਥੇ ਕੰਮ ਕੀਤਾ, ਜਦੋਂ ਇਲੈਕਸ਼ਨ ਆਈ ਆ, ਜਦੋਂ ਪਾਰਲੀਮੈਂਟ ਦਾ 2009 ਦਾ ਇਲੈਕਸ਼ਨ ਆਇਆ, ਤੇ ਉਦੋਂ ਪਹਿਲਾਂ ਜਿਹੜੀ ਆ 2007 ਦੇ ਵਿੱਚ ਇਲੈਕਸ਼ਨ ਹੋਈ ਸੀ, ਤਾਂ ਭਲੱਥ ਤੋਂ 927 ਵੋਟਾਂ ਪਈਆਂ ਸੀ। ਤਾਂ ਮੈਂ ਜਦੋਂ ਉੱਥੇ ਜ਼ਿਲ੍ਹੇ ਦਾ ਪ੍ਰਧਾਨ ਬਣਿਆ ਸੀ ਤਾਂ ਉੱਥੋਂ 2850 ਵੋਟਾਂ ਪਈਆਂ, ਔਰ ਫਗਵਾੜੇ ਦੇ ਵਿੱਚੋਂ ਜਿਹੜਾ ਆ ਉਹ 23277 ਵੋਟ ਪਈ ਸੀ, ਪਹਿਲਾਂ 22000 ਵੋਟ ਪਿਆ ਸੀ। ਇਸੇ ਤਰ੍ਹਾਂ ਜਾਣੀ ਕਿ ਜਿੱਥੇ ਮੇਰੀ ਜ਼ਿੰਮੇਵਾਰੀ ਲੱਗੀ ਆ, ਅਗਰ ਉੱਥੇ ਕੰਪੀਟੀਸ਼ਨ ਆਇਆ ਇਲੈਕਸ਼ਨ ਦਾ, ਤਾਂ ਉਸ ਇਲੈਕਸ਼ਨ ਦੇ ਰਿਜ਼ਲਟ ਆਏ ਆ। ਤੇ ਇਸ ਕਰਕੇ ਮੈਂ ਜਦੋਂ ਮੈਨੂੰ ਆਪ ਖੁਦ ਲੜਨ ਦਾ ਮੌਕਾ ਮਿਲਿਆ 2002 ਦੇ ਵਿੱਚ, ਜਦੋਂ ਵਿਧਾਨ ਸਭਾ ਦਾ ਇਲੈਕਸ਼ਨ ਖਤਮ ਹੁੰਦਾ ਤੇ ਉਸ ਤੋਂ ਬਾਅਦ ਜਿਹੜੀ ਐਮਸੀਆਂ ਦੇ ਇਲੈਕਸ਼ਨ ਆ ਜਾਂਦੇ ਆ, ਤੇ ਮੈਂ ਕਿਹਾ ਬਈ ਆਪਾਂ ਜਿਹੜਾ ਆ ਇਹ ਗਰਾਊਂਡ ਤੋਂ, ਧਰਤੀ ਤੋਂ ਸ਼ੁਰੂ ਕਰਨਾ, ਤੇ ਆਪਾਂ ਐਮਸੀ ਦਾ ਇਲੈਕਸ਼ਨ ਲੜਿਆ। ਤੇ ਪਹਿਲੀ ਵਾਰ ਜਿਹੜਾ ਆ ਉਹ ਹਾਥੀ ਨਿਸ਼ਾਨ ਤੋਂ ਨਗਰ ਕੌਂਸਲ ਦੇ ਵਿੱਚ 2 ਹਾਥੀ ਜਿਹੜੇ ਆ ਉਹ ਜਿੱਤ ਕੇ ਨਗਰ ਕੌਂਸਲ ਫਗਵਾੜਾ 'ਚ ਦਾਖਲ ਹੋਏ। ਔਰ ਜਦੋਂ ਦੇ ਆਪਾਂ ਇੱਥੋਂ ਜਿੱਤੀ ਆ ਸੀਟ, ਦੂਸਰੀ ਵਾਰੀ ਕੋਈ ਮੌਕਾ ਨਹੀਂ ਦਿੰਦਾ, ਆਪਾਂ ਇਹਨੂੰ 2002 ਤੋਂ ਅੱਜ 2021 ਆ ਗਿਆ, ਇਹਨੂੰ ਮੇਨਟੇਨ ਰੱਖਿਆ। ਜਦੋਂ 2008 ਦੇ ਵਿੱਚ ਦੁਬਾਰਾ ਇਹਨੂੰ ਲੇਡੀਜ਼ ਕਰ ਦਿੱਤਾ, ਤੇ ਮੈਂ ਆਪਣੀ ਮਿਸੇਜ ਨੂੰ ਲੜਾਇਆ ਇਲੈਕਸ਼ਨ। ਉਹ ਮੇਰੇ ਨਾਲ ਵੀ ਵੱਧ ਜਿਹੜੀ ਹੈ 1058 ਵੋਟਾਂ BSP ਨੂੰ ਪਈਆਂ, ਤੇ ਕਾਂਗਰਸ ਮਜ਼ਬੂਤ ਪਾਰਟੀ ਸੀ, ਇਹਨੂੰ 650 ਵੋਟ ਪਈ। ਤੇ ਜਿਹੜੇ ਅਕਾਲੀ ਦਲ ਤੇ BJP ਦਾ ਕੈਂਡੀਡੇਟ ਸੀ ਇੱਥੋਂ, ਤਾਂ ਉਹਨੂੰ 400 ਵੋਟ ਪਿਆ ਸੀ। ਫਿਰ ਜਿਹੜਾ ਪਿਛਲੀ ਵਾਰੀ ਆਮ ਆਦਮੀ ਪਾਰਟੀ ਦੀ ਵੀ ਹਵਾ ਸੀ, ਮੈਂ ਜਿਹੜਾ ਆ ਘਰੋਂ ਕੋਈ ਇੱਕ ਪੰਜੀ ਨਹੀਂ ਲਾਈ, ਤੇ ਮੈਂ ਕਿਹਾ ਐਤਕੀ ਜਿਹੜਾ 2 ਵਾਰ MC ਰਹਿ ਕੇ ਕੰਮ ਕੀਤੇ ਆ, ਤਾਂ ਜਦੋਂ 2014 ਦੇ ਵਿੱਚ 15 'ਚ ਫੇਰ MC ਦਾ ਇਲੈਕਸ਼ਨ ਆਇਆ, ਤਾਂ ਮੈਂ ਫੇਰ ਦੁਬਾਰਾ ਲੜਿਆ, ਤਾਂ ਮੈਂ ਜਿਹੜਾ ਆ ਉਹ ਫੇਰ ਤੀਜੀ ਵਾਰ ਇਲੈਕਸ਼ਨ ਜਿੱਤੀ ਆ। ਅੱਜ ਵੀ ਜਿਹੜਾ ਆ ਨਵੀਂ ਚੋਣ ਹੋਈ ਨਹੀਂ, ਆਪਣੇ ਜਿਹੜੇ ਸਾਈਨ ਚੱਲਦੇ ਪਏ ਆ, ਇਸ ਕਰਕੇ ਆਪਣੇ ਜਿਹੜੇ ਰਿਜ਼ਲਟ ਬੋਲੇ ਆ। ਔਰ ਇਹ ਛੋਟੀ ਜੀ MC ਦੀ ਸੀਟ ਤੋਂ ਜਿੱਥੇ ਅੱਜ ਤੁਸੀਂ ਖੜੇ ਆ, ਇਹ 2 ਖੇਤਾਂ ਦੇ ਵਿੱਚ ਜਿਹੜਾ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਨਾਂ ਤੇ ਜਿਹੜਾ ਇਹ ਪਾਰਕ ਬਣਿਆ, ਔਰ ਇਹਦੇ ਨਾਲ ਹੀ ਜਿਹੜਾ ਬਹੁਤ ਵੱਡਾ ਅਸੀਂ ਡਾਕਟਰ ਅੰਬੇਡਕਰ ਪੈਲਸ ਬਣਾਇਆ, ਉਹਦੇ ਨਾਲ ਡਾਕਟਰ ਅੰਬੇਡਕਰ ਲਾਇਬ੍ਰੇਰੀ ਬਣਾਈ ਆ, ਔਰ ਉੱਤੇ ਜਿਹੜਾ ਸਟੱਡੀ ਹਾਲ ਬਣਾਇਆ। ਔਰ ਜਿਨ੍ਹਾਂ ਮਹਾਂਪੁਰਸ਼ਾਂ ਨੇ ਜਾਤੀ ਤੋੜੋ ਸਮਾਜ ਜੋੜੋ, ਬਾਰਨ ਸਿਸਟਮ ਦੀਆਂ ਧੱਜੀਆਂ ਉਡਾ ਕੇ ਡੈਮੋਕ੍ਰੇਸੀ, ਮਾਨਵਤਾਵਾਦੀ, ਬਰਾਬਰਤਾ ਵਾਲੀ ਸੋਚ, ਕਲਿਆਣਕਾਰੀ ਸੋਚ ਜਿਹੜੀ ਹੈ ਉਹ ਦੇਣ ਵਾਲੇ ਮਹਾਂਪੁਰਸ਼ ਸੀ। ਉਹਨਾਂ ਸਾਰਿਆਂ ਦੇ ਇੱਥੇ ਜਿਹੜੇ ਆ ਉਹ ਸਟੈਚੂ ਲੱਗੇ ਹੋਏ ਆ। ਇਹ ਪਾਰਕ ਮੂੰਹੋਂ ਬੋਲਦੀ ਆ ਔਰ ਬੰਦੇ ਦਾ ਮਨੋਬਲ ਵਧਾਉਂਦੀ ਆ। ਇਹ ਸਾਡਾ ਜਿਹੜਾ ਰਿਜ਼ਲਟ ਹੈ। ਤੇ ਇਸ ਕਰਕੇ ਜੇ ਪਾਰਟੀ ਦੇਖਦੀ ਆ, ਚਾਹੁੰਦੀ, ਮਤਲਬ ਸਮਝਦੀ ਆ ਕਿ ਇਹ ਬੰਦਾ ਡਿਜ਼ਰਵ ਕਰਦਾ,
ਕਿਉਂਕਿ ਆਪਾਂ ਸਿਆਸਤ ਦੇ ਵਿੱਚ ਲਗਾਤਾਰ ਲੋਕਾਂ ਦੇ ਨਾਲ ਜਦੋਂ ਕੰਮ ਕਰਦੇ ਹਾਂ, ਬਹੁਜਨ ਸਮਾਜ ਪਾਰਟੀ ਦੇ ਮਾਧਿਅਮ ਤੋਂ ਕਰਦੇ ਹਾਂ, ਤੇ ਜਦੋਂ ਪਰਫਾਰਮੈਂਸ ਦਿਖਾਉਣ ਦਾ ਮੌਕਾ ਮਿਲਦਾ ਤੇ ਇਹ ਜਿਹੜੇ ਵਰਕਰ ਆ ਇਹਨਾਂ ਨੂੰ ਹੀ ਮੌਕਾ ਦੇਣਾ ਹੁੰਦਾ। ਤੇ ਇਸ ਕਰਕੇ ਜੇ ਪਾਰਟੀ ਯੋਗ ਸਮਝੇਗੀ, ਬਾਕੀ ਅਸੀਂ ਮੰਗਿਆ ਬਈ ਆਪਾਂ ਅੱਜ ਬਹੁਜਨ ਸਮਾਜ ਪਾਰਟੀ ਨੂੰ ਅੱਗੇ ਲਿਜਾਣ ਲਈ ਜਿਹੜਾ ਜੇ ਮਤਲਬ ਕੈਂਡੀਡੇਟ ਕੋਈ ਵੀ ਹੋਵੇ, ਮੈਂ ਵੀ ਉਹਦੇ 'ਚ ਦਾਅਵੇਦਾਰ ਹਾਂ, ਤੇ ਜਿਹਨੂੰ ਵੀ ਪਾਰਟੀ ਜਿਹੜੀ ਹੈ ਉਹ ਦੇਗੀ, ਆਫੀਸ਼ੀਅਲੀ ਸਿੰਬਲ ਦੇਗੀ ਤੇ ਡਿਕਲੇਅਰ ਕਰੇਗੀ, ਡਟ ਕੇ ਆਪਾਂ ਕੰਮ ਕਰਾਂਗੇ। ਵੈਸੇ ਮੈਂ ਜਿਹੜਾ ਤੁਹਾਨੂੰ ਆਪਣੀਆਂ ਪ੍ਰਾਪਤੀਆਂ, ਰਿਜ਼ਲਟ, ਅਹੁਦਿਆਂ ਤੇ ਰਿਹਾ ਉਹ ਸਾਰਾ ਦੱਸਿਆ। ਇਹ ਦਾਅਵੇਦਾਰ ਆਪਾਂ ਵੀ ਹੈਗੇ ਆ, ਬਾਕੀ ਸਾਰੀ ਪਾਰਟੀ ਦੇ ਨਾਲ ਆ ਜੋ ਉਹ ਸਭ। ਜਿਵੇਂ ਕਈ ਵਾਰੀ ਇਹ ਹੁੰਦਾ ਵੀ ਪਹਿਲੀ ਗਲਤੀ ਇਨਸਾਨ ਜੇ ਦੁਹਰਾਉਂਦਾ ਤਾਂ ਦੁਬਾਰਾ ਫਿਰ ਉਦਾਂ ਹੀ ਹੋ ਜਾਂਦੀ ਆ। ਜੇ ਪਹਿਲੀ ਗਲਤੀ ਨਾ ਦੁਹਰਾਈ ਜਾਵੇ, ਜਿਵੇਂ 2017 ਦੀ ਜਿਹੜੀ ਇਲੈਕਸ਼ਨ ਸੀਗੀ, ਵਿਧਾਨ ਸਭਾ ਹਲਕਾ ਫਿਲੌਰ ਬੜੀ ਸੋਲਿਡ ਸੀਟ ਮੰਨੀ ਜਾਂਦੀ ਹੈ ਤੇ ਇੱਥੋਂ ਬਾਕੀ ਉਮੀਦਵਾਰਾਂ ਦੇ ਬਰਾਬਰ ਲਿਆ ਕੇ ਦੂਸਰੇ ਏਰੀਏ ਤੋਂ ਕਹਿ ਲਈਏ ਕਿ ਪੰਜਾਬ ਦੇ ਪ੍ਰਧਾਨ ਉਸ ਵੇਲੇ ਦੇ ਅਵਤਾਰ ਸਿੰਘ ਕਰੀਮਪੁਰੀ ਜੀ ਇੱਥੇ ਇਲੈਕਸ਼ਨ ਲੜੇ, ਪਰ ਉਹ ਹਾਰ ਗਏ। ਜੇ ਕਿਤੇ ਲੋਕਲ ਹੁੰਦੇ ਤਾਂ ਸ਼ਾਇਦ ਜਿੱਤ ਜਾਂਦੇ। ਕੀ ਕਹਿਣਾ ਚਾਹੋਗੇ ਇਹਦੇ ਲਈ ਕਿ ਜੇ ਪਹਿਲੀ ਗਲਤੀ ਨਾ ਦੁਹਰਾਈ ਜਾਵੇ ਤਾਂ ਸ਼ਾਇਦ ਰਿਜ਼ਲਟ ਚੰਗੇ, ਪਹਿਲੀ ਗਲਤੀ ਤੋਂ ਸਿੱਖ ਲੈਣਾ ਚੰਗੀ ਗੱਲ, ਦੁਹਰਾਉਣੀ ਮਾੜੀ ਗੱਲ ਆ। ਇਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਜੇ ਲੋਕਲ ਇੱਥੋਂ ਵਿਧਾਨ ਸਭਾ ਹਲਕਾ ਫਗਵਾੜਾ ਤੋਂ ਉਮੀਦਵਾਰ ਜਿਤਾਇਆ ਜਾਵੇ ਤਾਂ ਰਿਜ਼ਲਟ ਬਹੁਤ ਚੰਗੇ ਆ ਸਕਦੇ ਨੇ, ਬਸ਼ਰਤੇ ਕਿ 2017 ਦੇ ਵਿੱਚ ਪੰਜਾਬ ਦੇ ਪ੍ਰਧਾਨ ਨੂੰ ਲੜਾਇਆ ਸੀਗਾ, ਉਹ ਉੱਥੋਂ ਹਾਰ ਗਏ ਸੀਗੇ। ਕੀ ਕਹਿਣਾ ਚਾਹੋਗੇ? ਦੇਖੋ, ਇਹ ਹੈ ਤਾਂ ਕਿਤੇ ਨਾ ਕਿਤੇ ਵਿਚਾਰ ਕੇ ਸੰਗਠਨ ਆਰਗੇਨਾਈਜੇਸ਼ਨ ਨੂੰ ਜਿਹੜਾ ਉਹ ਆਰਗੇਨਾਈਜੇਸ਼ਨ ਦੇ ਹਿੱਤ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਸੋਚ ਕੇ ਲੋਕਾਂ ਨੂੰ ਨਾਲ ਲੈ ਕੇ ਫੈਸਲੇ ਲੈਣੇ ਚਾਹੀਦੇ ਆ, ਕਿਉਂਕਿ ਡੈਮੋਕ੍ਰੇਸੀ ਸਾਨੂੰ ਬਾਬਾ ਸਾਹਿਬ ਨੇ ਦਿੱਤੀ ਆ ਤੇ ਬਾਬਾ ਸਾਹਿਬ ਨੇ ਇਹ ਵੀ ਕਿਹਾ ਕਿ ਸ਼ਕਤੀਆਂ ਦੀ ਜਿਹੜੀ ਵੰਡ ਆ ਉਹ ਵੰਡ ਕਰਨੀ ਚਾਹੀਦੀ ਆ। ਦੇਖੋ, ਰਾਸ਼ਟਰ ਪੱਧਰ ਦੀ ਕੇਂਦਰ ਦੀ ਸਰਕਾਰ ਦੀਆਂ ਆਪਣੀਆਂ ਸ਼ਕਤੀਆਂ, ਸਟੇਟਾਂ ਦੇ ਵਿੱਚ ਬਣੀਆਂ ਹੋਈਆਂ ਆਪਣੀਆਂ ਸ਼ਕਤੀਆਂ, ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ IPS IAS ਇਹਨਾਂ ਨੂੰ ਦਿੱਤੀਆਂ ਹੋਈਆਂ ਆਪਣੀਆਂ ਸ਼ਕਤੀਆਂ, ਤੇ ਇਸ ਕਰਕੇ ਜਿਹੜਾ ਸ਼ਕਤੀ ਦਾ ਨਿਰਮਾਣ ਹੁੰਦਾ ਉਹ ਵੱਡੀ ਸ਼ਕਤੀ ਬਣਦੀ ਆ। ਇਸੇ ਤਰ੍ਹਾਂ ਜਿਹੜਾ ਆਪਾਂ ਇਹ ਕਹਿੰਦੇ ਆ ਵੀ ਜਦੋਂ ਆਪਾਂ 117 ਨੂੰ ਦੇਖਣਾ ਆ ਤੇ ਉਹਦੇ ਵਿੱਚ ਜਿਹੜੀ ਵੱਡੀ ਸ਼ਕਤੀ ਬਣਾਉਣ ਵਾਸਤੇ ਸ਼ਕਤੀਆਂ ਦੀ ਵੰਡ ਹੋਣੀ ਚਾਹੀਦੀ ਆ, ਔਰ ਸ਼ਕਤੀਆਂ ਜਿਹੜੀਆਂ ਉਹ ਜਿੱਦਾਂ ਜੇ ਵੰਡ ਕਰਾਂਗੇ ਤਾਂ ਉਹ ਜਿਹੜਾ ਵੰਡ ਕਰਦਾ ਉਹਦੀ ਸ਼ਕਤੀ ਬਣਦਾ। ਇਸ ਕਰਕੇ ਮਤਲਬ ਜਿਹੜਾ ਆ ਆਪਾਂ ਇਹ ਮਤਲਬ ਕਿਉਂਕਿ ਜਦੋਂ ਆਪਾਂ ਕੋਈ ਬਾਹਰੋਂ ਕੈਂਡੀਡੇਟ ਦਿੰਨੇ ਵੀ ਆ ਤਾਂ ਉਹਦੇ ਵਿੱਚ ਇਹ ਹੁੰਦਾ ਆ ਵੀ ਪਾਰਟੀ ਦਾ ਕੇਡਰ ਵੋਟ ਪੈਣਾ ਹੁੰਦਾ। ਜਿਹੜਾ ਲੋਕਲ ਕੈਂਡੀਡੇਟ ਹੁੰਦਾ ਉਹਨਾਂ ਆਪਣੀ ਵੀ ਵੋਟ ਜੁੜੀ ਹੁੰਦੀ ਆ। ਜਿਹੜਾ ਹੁਣ 18-20 ਸਾਲ ਤੋਂ ਜਿਹੜੇ ਲੱਗੇ ਹੋਇਆ ਲਗਾਤਾਰ ਲੱਗੇ ਹੋਏ ਆ ਉਹਨਾਂ ਦੇ ਨਾਲ ਜਿਹੜੇ ਆ ਉਹ ਪਰਸਨਲ ਲੋਕ ਵੀ ਜੁੜ ਜਾਂਦੇ ਆ, ਕਈ ਵਾਰੀ ਦੂਸਰੀਆਂ ਪਾਰਟੀਆਂ ਦੇ ਵੀ ਲੋਕ ਜੁੜੇ ਹੁੰਦੇ ਆ। ਜਦੋਂ ਲੋਕਲ ਕੈਂਡੀਡੇਟ ਮਤਲਬ ਆਉਂਦਾ ਤੇ ਉਹ ਧੜਾ ਧੜ ਦੂਸਰੀਆਂ ਪਾਰਟੀਆਂ ਵਾਲੇ ਵੀ ਕਹਿੰਦੇ ਆ ਵੀ ਐਤਕੀ ਬਤਾ ਆ ਸਾਡਾ ਨਾਲ ਇਹ ਵੀ ਹੁੰਦਾ ਵੀ ਲੋਕਲ ਰਹਿائش ਹੁੰਦੀ ਹੈ ਇਨਸਾਨ ਦੀ, ਤੇ ਲੋਕਲ ਅਗਲਾ ਸੋਚਦਾ ਵੀ ਮੇਰਾ SDM ਨੇ ਕੰਮ ਨਹੀਂ ਕੀਤਾ, ਮੇਰਾ BDO ਨੇ ਕੰਮ ਨਹੀਂ ਕੀਤਾ, ਮੇਰਾ DSP ਨੇ ਕੰਮ ਨਹੀਂ ਕੀਤਾ, ਮੇਰਾ SP ਨੇ ਕੰਮ ਨਹੀਂ ਕੀਤਾ, ਤੁਰੰਤ ਜਾ ਕੇ MLA ਦੇ ਸਰਾਣੇ ਜਾ ਕੇ ਬਹਿ ਜਾਂਦਾ ਤੇ ਦੂਰ ਤੋਂ ਕਈ ਵਾਰੀ ਇਹ ਵੋਟਰ ਸੋਚਦਾ ਵੀ ਮੈਨੂੰ ਮੁਸ਼ਕਲ ਆ ਰਹੀ ਆ। ਹਾਂਜੀ, ਇਹ ਤਾਂ ਦੇਖੋ ਹੈਗਾ ਹੀ ਆ ਬਈ। ਹੁਣ ਪਿਛਲੀ ਵਾਰੀ ਜਦੋਂ ਰਜੇਸ਼ ਬਾਘਾ ਉਹਨੂੰ ਜਦੋਂ ਕੈਂਡੀਡੇਟ ਉਤਾਰਿਆ ਉਹ ਬਾਹਰੋਂ ਅਕਾਲੀ ਦਲ BJP ਦਾ ਸੀ, ਜਦ ਕਿ ਥੋੜਾ ਚਿਰ ਪਹਿਲਾਂ 46-47 ਹਜ਼ਾਰ ਵੋਟ ਲੈ ਕੇ ਗਏ ਸੀ ਤੇ ਵੋਟ ਜਿਹੜੀ ਆ ਫਿਰ ਘਟ ਗਈ ਸੀ, ਉਹ 23,000 ਵੋਟ ਰਹਿ ਗਈ ਸੀ। ਤੇ ਇਸ ਤਰ੍ਹਾਂ ਮਤਲਬ ਜਿਹੜੀ ਆ ਉਹ ਸਾਡੀ ਵੀ ਵੋਟ ਜਿਹੜੀ ਆ ਬਾਈ ਇਲੈਕਸ਼ਨ ਦੇ ਵਿੱਚ ਜਿਹੜਾ ਅਸੀਂ ਸੋਚਿਆ ਸੀ ਵੀ ਇਹ ਲੋਕ ਸ਼ਾਇਦ ਪੈਸੇ ਦੇ ਨਾਲ ਜਿਹੜੀ ਵੋਟ ਆ ਮਿਲ ਜਾਂਦੀ ਆ, ਲੇਕਿਨ ਭਗਵਾਨ ਦਾ ਠੇਕੇਦਾਰ ਅਸੀਂ ਪਾਰਟੀ ਦੇ ਵਿੱਚ ਮੈਦਾਨ 'ਚ ਉਤਾਰਿਆ, ਉਹਨੂੰ ਪੈਸੇ ਵਾਲੀ ਸਾਮੀ ਲਿਆਂਦੀ, ਉਹਨੂੰ ਪੈਸੇ ਵੀ ਬਹੁਤ ਦੱਸੇ ਵਰਕਰਾਂ ਨੂੰ ਤੇ ਬਈ ਸਾਡਾ ਤਾਂ ਪੈਸਾ ਹੀ ਬਹੁਤ ਲੱਗ ਗਿਆ। ਜਦ ਕਿ ਜਿਹੜੀ ਪਹਿਲਾਂ ਜਿਹੜੀ 2019 ਦੀ ਪਾਰਲੀਮੈਂਟ ਦੀ ਇਲੈਕਸ਼ਨ ਲੜੀ ਆ ਉਹ 'ਚ ਅਸੀਂ ਨਾਲ ਹੋ ਕੇ 2,75,000 3 ਲੱਖ ਰੁਪਈਆ ਸਿਰਫ ਲੱਗਾ ਸੀ ਤਾਂ 30,000 ਵੋਟ ਪੈ ਗਿਆ ਸੀ। ਤਾਂ ਭਗਵਾਨ ਦਾ ਠੇਕੇਦਾਰ ਕਹਿੰਦਾ ਸੀ ਮੇਰਾ 50 ਲੱਖ ਤੋਂ ਜ਼ਿਆਦਾ ਲੱਗਾ, ਮੇਰੀ ਗੱਡੀਆਂ ਤੇ ਇੰਨੇ ਲੱਗ ਗਏ ਇੰਨੇ, ਲੇਕਿਨ ਜਿਹੜਾ ਉਹ ਵੋਟ ਬੈਂਕ ਆ
ਸਾਡਾ ਥੱਲੇ ਨੂੰ ਆ ਗਿਆ, 16000 ਵੋਟ ਰਹਿ ਗਈ। ਉਹੀ ਗੱਲ ਲੱਗਦੀ ਆ ਕਿ ਜਿਵੇਂ ਜੇ ਕਿਤੇ ਭਗਵਾਨ ਦਾਸ ਠੇਕੇਦਾਰ ਦੀ ਜਗ੍ਹਾ ਜੇ ਕਿਤੇ ਲੋਕਲ ਹੁੰਦਾ। ਕੈਂਡੀਡੇਟ ਹੁੰਦਾ ਤਾਂ ਰਿਜ਼ਲਟ ਸ਼ਾਇਦ ਹੋਰ। ਇਹਦੇ ਲਈ ਕੁਝ ਨਹੀਂ ਤੁਸੀਂ ਕਿਹਾ, ਜਿਵੇਂ ਵਿਧਾਨ ਸਭਾ ਹਲਕਾ ਫਲੋਰ ਤੋਂ ਉਸ ਵੇਲੇ 2017 ਦੇ ਵਿੱਚ ਉਸ ਵੇਲੇ ਦੇ ਪੰਜਾਬ ਦੇ ਪ੍ਰਧਾਨ ਨੂੰ ਲੜਾਇਆ ਸੀ, ਉਹ ਕਾਫੀ ਤੀਜੇ ਨੰਬਰ ਤੇ ਰਹਿ ਗਏ ਸੀਗੇ। ਕਿਤੇ ਇਦਾਂ ਹੀ ਨਾ ਹੋਵੇ ਵੀ ਇੱਥੋਂ ਦੇ ਰਿਜ਼ਲਟ ਵੀ ਚੰਗੇ ਆਉਣ ਤਾਂ ਕਿ ਲੋਕਲ ਉਮੀਦਵਾਰ ਨੂੰ ਲੜਾਇਆ ਜਾਵੇ, ਉੱਤੇ ਨਹੀਂ ਕੋਈ ਗੱਲ ਕੀਤੀ। ਡੈਮੋਕ੍ਰੇਸੀ ਜਿਹੜੀ ਮਤਲਬ ਡੈਮੋਕ੍ਰੇਸੀ ਲੋਕਤੰਤਰ ਆ, ਇਹਦੇ ਵਿੱਚ ਹੁਣ ਜਿਹੜੇ ਲੋਕਲ ਕੈਂਡੀਡੇਟ ਜਦੋਂ ਸਾਰੀਆਂ ਪਾਰਟੀਆਂ ਦੇ ਹੋਣਗੇ ਤਾਂ ਕਿਤੇ ਨਾ ਕਿਤੇ ਲੋਕ ਕਿਸੇ ਨਾ ਕਿਸੇ ਨਾਲ ਜੁੜੇ ਹੁੰਦੇ ਆ, ਭਾਵੇਂ ਥੋੜਾ ਜੁੜੇ ਹੋਣ, ਉਹ ਫਿਰ ਵੋਟ ਵੰਡ ਹੁੰਦੀ ਆ। ਜਦੋਂ ਹਵਾ ਬਣੀ ਹੋਵੇ ਵੀ ਆ ਵੀ ਬੰਦਾ ਜਿਹੜਾ ਗਠਬੰਧਨ ਦਾ ਲੋਕਲ ਆ, ਤਾਂ ਉਹਦੇ ਨਾਲ ਜਿਹੜੀ ਆ ਦੂਸਰੀਆਂ ਪਾਰਟੀਆਂ 'ਚੋਂ ਵੀ ਵੋਟ ਧੜਾ ਧੜਾ ਆ ਜਾਣੀ ਆ। ਤੇ ਇਹ ਤਾਂ ਫਰਕ ਪੈਂਦਾ ਲੋਕਲ ਦਾ। ਤੇ ਹਾਂ, ਨਤੀਜੇ ਚੰਗਿਆਂ ਦੇ ਵਾਸਤੇ ਸਾਡੀ ਜਿਹੜੀ ਆ, ਅਸੀਂ ਇਹ ਸਾਰੀ ਜਿਹੜੀ ਆ ਵਿਚਾਰ ਅਸੀਂ ਹਾਈ ਕਮਾਂਡ ਦੇ ਨਾਲ ਕੀਤੇ ਆ। ਤੇ ਪ੍ਰਧਾਨ ਜੀ ਵੀ ਸਾਡੇ ਨਾਲ ਹੀ ਹੁੰਦੇ ਆ, ਉਹਨਾਂ ਨਾਲ ਵੀ ਸਾਰੀ ਗੱਲਬਾਤ ਸਾਡੀ ਆਸ ਰੱਖਦੇ ਹੋ ਕਿ ਇਹ ਲੋਕਲ ਇੱਥੋਂ ਕੈਂਡੀਡੇਟ ਉਤਾਰਿਆ ਜਾ ਸਕਦਾ। ਸਾਨੂੰ 100% ਜਿਹੜਾ ਉਮੀਦ ਹੈ ਵੀ ਜ਼ਿਆਦਾ ਜਿਹੜੀ ਹੈ ਉਹ ਲੋਕਲ ਕੈਂਡੀਡੇਟ ਦੀ ਅਹਿਮੀਅਤ ਹਾਈ ਕਮਾਂਡ ਕਰੇਗੀ, ਔਰ ਹਾਈ ਕਮਾਂਡ ਲੋਕਲ ਨੂੰ ਮੌਕਾ ਦੇਵੇਗੀ ਤਾਂ ਕਿ ਜਿਹੜਾ ਇਹ ਗਠਬੰਧਨ ਆ, ਕਿਉਂਕਿ ਜਿਹੜੇ ਲੋਕਲ ਆਪਣੇ ਗਠਬੰਧਨ ਹੋਇਆ, ਅਕਾਲੀ ਦਲ ਜਿਹੜੇ ਬਾਦਲ ਵਰਕਰ ਆ, ਆਗੂ ਸਾਹਿਬਾਨ ਆ, ਉਹਨਾਂ ਦਾ ਲੋਕਲ ਲੀਡਰਸ਼ਿਪ ਸਾਰੀ ਦੇ ਨਾਲ ਤਾਲਮੇਲ ਆ। ਇਸ ਕਰਕੇ ਮਤਲਬ ਉਹ ਸਾਰੇ ਹੀ ਉਹਨਾਂ ਦੀ ਵੀ ਉਹ ਕਹਿੰਦੇ ਜਿਹੜਾ ਵੀ ਕੈਂਡੀਡੇਟ ਹੋਏਗਾ ਅਸੀਂ ਉਹਦਾ ਡਟ ਕੇ ਸਮਰਥਨ ਕਰਾਂਗੇ। ਤੇ ਸ਼੍ਰੋਮਣੀ ਅਕਾਲੀ ਦਲ ਦੀ ਜਿੰਨੀ ਟੀਮ ਹੈਗੀ ਆ ਵਿਧਾਨ ਸਭਾ ਹਲਕਾ ਫਗਵਾੜੇ ਦੀ, ਉਹ ਬਿਲਕੁਲ ਇੱਕਦਮ ਤਾਲਮੇਲ 'ਚ ਸਾਰੇ ਨਾਲ ਚੱਲਦੇ ਨੇ? ਨਹੀਂ, ਉਹ ਸਾਰੇ ਚੱਲਦੇ ਆ ਜੀ, ਨਾਲ ਚੱਲਦੇ ਆ। ਮਤਲਬ ਬਾਕੀ ਜਿਹੜਾ ਆ ਉਹ ਜੇ ਕੋਈ ਮਾੜੀ ਮੋਟੀ ਕਮੀ ਹੋਏਗੀ ਉਹ ਤਾਂ ਫਿਰ ਹਾਈ ਕਮਾਂਡ ਜਿਹੜੀ ਆਪ ਹੀ ਵਿੱਚ ਪੈ ਕੇ ਸੈੱਟ ਕਰ ਲੈਂਦੇ ਆ। ਤੇ ਹੋਰ ਕੁਝ ਕਹਿਣਾ ਚਾਹੁੰਦੇ ਹੋ? ਬਸ ਇਹੀ ਆ ਬਈ ਜੋ 29 ਅਗਸਤ ਦੀ ਮਹਾ ਰੈਲੀ, ਅਲਖ ਜਗਾਓ ਰੈਲੀ ਆ, ਮੌਕੇ ਜਿਹੜੇ ਆ ਇਹ ਵਾਰ-ਵਾਰ ਨਹੀਂ ਮਿਲਦੇ। ਜਦੋਂ ਮੌਕਾ ਆਉਂਦਾ, ਕਿਉਂਕਿ ਉੱਤਰ ਪ੍ਰਦੇਸ਼ ਦੇ ਵਿੱਚ ਜਦੋਂ ਮੌਕਾ ਆਇਆ, 6 ਮਹੀਨੇ ਦੀ ਅਧਾਰੀ ਸਰਕਾਰ ਬਣੀ, ਸਾਹਿਬ ਕਾਂਸ਼ੀ ਰਾਮ ਭੈਣ ਕੁਮਾਰੀ ਮਾਇਆਵਤੀ ਜੀ ਨੇ 136 ਜਿਹੜੇ ਆ IPS ਤੇ 157 IAS ਲਗਾ ਕੇ ਇੰਨਾ ਕੰਮ ਕਰਕੇ ਦਿਖਾ ਦਿੱਤਾ। 6 ਵੱਡੀਆਂ, 4 ਵਾਰ ਮੁੱਖ ਮੰਤਰੀ ਬਣੇ ਆ, 6 ਯੂਨੀਵਰਸਿਟੀਆਂ ਬਣੀਆਂ, ਔਰ 200 ਡਿਗਰੀ ਕਾਲਜ, 200 ਇੰਟਰ ਕਾਲਜ, 572 ਹਾਈ ਸਕੂਲ, 5550 ਜਿਹੜੇ ਆ ਪ੍ਰਾਇਮਰੀ ਸਕੂਲ, ਔਰ ਮੈਡੀਕਲ ਕਾਲਜ ਬੇਸ਼ੁਮਾਰ, ਹੋਮਿਓਪੈਥਿਕ ਕਾਲਜ, ਔਰ ਜਿਹੜਾ ਆਕਸੀਜਨ ਬਣਾਉਣ ਦੇ ਵੱਡੇ ਵੱਡੇ ਪ੍ਰੋਜੈਕਟ ਜਿਹੜੇ ਲਾ ਕੇ 7 ਲੱਖ ਏਕੜ ਜ਼ਮੀਨ ਵੰਡ ਦਿੱਤੀ। 1 ਲੱਖ ਤੋਂ ਉੱਪਰ ਜਿਹੜੀ ਹੈ ਉਹ ਸਫਾਈ ਕਰਮਚਾਰੀ ਭਰਤੀ ਕਰ ਦਿੱਤੇ, ਬੈਕਲਾਗ ਪੂਰਾ ਕਰ ਦਿੱਤਾ। ਹਾਈ ਕਾਸਟ ਦੇ ਗਰੀਬ ਲੋਕਾਂ ਨੂੰ ਵੀ ਜਿਹੜਾ ਆ ਉਹ ਰਿਜ਼ਰਵੇਸ਼ਨ ਦੇ ਦਿੱਤੀ, ਰਾਖਵੇਂ ਕਰਨ ਦੀ ਬਚਾਅ ਕੀਤਾ, ਕਿਉਂਕਿ ਬਹੁਜਨ ਸਮਾਜ ਪਾਰਟੀ ਦਾ ਨਾਅਰਾ ਆ ਵੀ ਜੋ ਜ਼ਮੀਨ ਸਰਕਾਰੀ ਹੈ ਉਹ ਜ਼ਮੀਨ ਹਮਾਰੀ ਹੈ, ਭਾਵ ਕਿ ਹਰ ਇੱਕ ਨੂੰ ਜਿਹੜਾ ਆ ਉਹ ਰਹਿਣ ਲਈ ਛੱਤ ਤੇ ਜ਼ਮੀਨ ਹੋਣੀ ਚਾਹੀਦੀ ਆ, ਹਰ ਇੱਕ ਨੂੰ ਰੋਟੀ ਕੱਪੜਾ ਮਕਾਨ ਮਿਲਣਾ ਚਾਹੀਦਾ। ਤੇ ਉਹਦੇ ਤਹਿਤ ਜਿਹੜਾ ਕੰਮ ਕੀਤਾ, ਹਰ ਇੱਕ ਦੀ ਸਿਹਤ ਜਿਹੜੀ ਆ ਉਹ ਸਹੂਲਤ ਹੋਣੀ ਚਾਹੀਦੀ ਆ। ਉਹਦੇ ਲਈ ਆਕਸੀਜਨ ਅੱਜ ਜਿਹੜੇ ਚਲਾ ਨਹੀਂ ਸੀ ਰਹੇ ਪ੍ਰੋਜੈਕਟ, ਤੇ ਜਦੋਂ ਹੁਣ ਲਾਕਡਾਊਨ ਦੇ ਵਿੱਚ ਉਹਦੀ ਲੋੜ ਪਈ ਆ ਤਾਂ ਉਹੀ 17 ਪ੍ਰੋਜੈਕਟ ਜਿਹੜੇ ਆ ਇਹ ਜੋਗੀ ਸਰਕਾਰ ਨੂੰ ਚਲਾਉਣੇ ਪਏ, ਤੇ ਭੈਣ ਜੀ ਦੀ ਜਿਹੜੀ ਹੈ ਉਹ ਵਾਹਵਾ ਹੋਈ ਆ। ਤੋ ਇਸ ਕਰਕੇ ਇਹ ਜਿਹੜੀ ਬਹੁਜਨ ਸਮਾਜ ਪਾਰਟੀ ਆ, ਅੱਜ ਉੱਤਰ ਪ੍ਰਦੇਸ਼ 'ਚ ਇਹ ਰੌਲਾ ਆ ਕਿ 5ਵੀਂ ਵਾਰ ਭੈਣ ਕੁਮਾਰੀ ਮਾਇਆਵਤੀ ਜੀ ਬਸਪਾ ਦੀ ਸਰਕਾਰ ਬਣੇਗੀ, ਚੀਫ ਮਿਨਿਸਟਰ ਬਣਨਗੇ। ਤੋ ਇਸ ਕਰਕੇ ਅੱਜ ਪੰਜਾਬ ਅੰਦਰ ਵੀ ਜਿਹੜਾ 10 ਸਾਲ ਲਗਾਤਾਰ ਬਾਦਲ ਨੇ ਰਾਜ ਕੀਤਾ ਸੀ, ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਬਾਦਲ ਨੇ, ਤਾਂ ਉਹ ਵੀ 10 ਸਾਲ ਦੇ ਵਿੱਚ ਜਿਹੜਾ ਚੋਣ ਮੈਨੀਫੈਸਟੋ ਜਾਰੀ ਕੀਤਾ ਸੀ, ਚਾਹੇ ਉਹ 'ਚ ਕਣਕ ਵੰਡਣ ਦਾ ਸੀਗਾ, ਆਟਾ ਦਾਲਾਂ ਦੀਆਂ ਸਕੀਮਾਂ ਸੀ, ਬੱਚਿਆਂ ਦੀ ਪੜ੍ਹਾਈ ਦਾ ਕੰਮ ਸੀ, ਤੇ ਜਿਹੜੇ ਪ੍ਰੋਜੈਕਟ ਆ ਉਹ ਜੰਗੇ ਸ਼ਹੀਦੀ, ਜਿੱਦਾਂ ਹੁਣ ਮਤਲਬ ਗੁਰੂ ਗੋਬਿੰਦ ਸਿੰਘ ਜੀ ਦੇ ਨਾਂ ਤੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਆ, ਉਹ ਉਹਨਾਂ ਤੇ ਪਹਿਰਾ ਦਿੱਤਾ ਆ। ਤੇ ਇਸ ਕਰਕੇ ਜਿਹੜਾ 13 ਨੁਕਾਤੀ ਪ੍ਰੋਗਰਾਮ ਅੱਜ ਬਸਪਾ ਨੇ ਜਾਰੀ ਕੀਤਾ ਬਈ 400 ਯੂਨਿਟ ਬਿਜਲੀ ਦਾ ਮਾਫ ਹੋਏਗਾ, ਔਰ 1 ਲੱਖ ਜਿਹੜਾ ਬੇਰੁਜ਼ਗਾਰ ਆ, ਪੜ੍ਹਿਆ ਲਿਖਿਆ ਨੌਜਵਾਨ ਆ, ਉਹਨੂੰ ਜਿਹੜਾ ਨੌਕਰੀ ਦਿੱਤੀ ਜਾਏਗੀ, ਔਰ 10 ਲੱਖ ਨੌਜਵਾਨਾਂ ਨੂੰ
ਪ੍ਰਾਈਵੇਟ ਅਦਾਰਿਆਂ 'ਚ ਨੌਕਰੀ ਦੇ ਪ੍ਰਬੰਧ ਜਿਹੜਾ ਕੀਤੇ ਜਾਣਗੇ। 75% ਉਦਯੋਗਿਕ ਅਦਾਰਿਆਂ ਦੇ ਵਿੱਚ ਜਿਹੜਾ ਆ ਉਹ ਨੌਕਰੀਆਂ ਦਿੱਤੀਆਂ ਜਾਣਗੀਆਂ। 33% ਔਰਤਾਂ ਲਈ ਰਾਖਵਾਂਕਰਨ ਦਿੱਤਾ ਜਾਏਗਾ। ਔਰਤਾਂ ਔਰ ਮਾਤਾ ਖੀਵੀ ਰਸੋਈ ਸਕੀਮ ਦੇ ਤਹਿਤ 2000 ਰੁਪਇਆ ਹਰ ਜਿਹੜਾ ਆ ਔਰਤ ਨੂੰ ਦਿੱਤਾ ਜਾਏਗਾ। ਜਿਨ੍ਹਾਂ ਦੇ ਨੀਲੇ ਕਾਰਡ ਬੰਦ ਕੀਤੇ ਆ ਉਹ ਦੁਬਾਰਾ ਬਣਾਏ ਜਾਣਗੇ। ਤੋ ਇਹ ਜਿਨ੍ਹਾਂ ਦੀਆਂ ਸਕੀਮਾਂ ਬੰਦ ਆ ਉਹ ਜਾਰੀ ਕੀਤੀਆਂ ਜਾਣਗੀਆਂ। ਜਿਹੜਾ ਬੱਚਾ ਆਈਲਟ ਕਰਕੇ ਪੜ੍ਹਾਈ ਤੋਂ ਵਾਂਝਾ ਬਾਹਰ ਜਾਣ ਦੀ ਸੋਚ ਰੱਖਦਾ, ਆਈਲਟ ਕਰਕੇ ਚਾਹੇ ਲੜਕੀ ਆ ਚਾਹੇ ਲੜਕਾ, ਉਹਨਾਂ ਨੂੰ 10 ਲੱਖ ਰੁਪਇਆ ਬਿਨਾਂ ਲੋਨ ਤੋਂ ਵਿਆਜ ਤੇ ਦਿੱਤਾ ਜਾਏਗਾ। ਕਿਸਾਨਾਂ ਲਈ 10 ਰੁਪਏ ਬਾਕੀ ਦਿਆਂ ਨਾਲੋਂ ਸਸਤਾ ਡੀਜ਼ਲ ਕੀਤਾ ਜਾਏਗਾ। MSP ਲਾਗੂ ਕੀਤੀ ਜਾਏਗੀ। ਜਿਹੜੇ ਇਹ ਆਪਣੇ 3 ਕਾਨੂੰਨ ਮੋਦੀ ਨੇ ਪਾਸ ਕਰਕੇ ਕਿਸਾਨਾਂ ਨੂੰ ਮਰਨ ਲਈ ਮਜਬੂਰ ਕੀਤਾ ਹੋਇਆ ਤੇ ਉਹਦੇ ਕੰਨ ਤੇ ਜੂੰ ਨਹੀਂ ਸਰਕਦੀ। ਔਰ ਇਹ ਜਿਹੜੇ ਲਗਭਗ 600 ਤੋਂ ਉੱਪਰ ਜਿਹੜਾ ਉੱਥੇ ਕਿਸਾਨ ਸ਼ਹੀਦ ਹੋ ਗਿਆ, ਇਹ ਕਾਨੂੰਨ 3 ਦੇ 3 ਹੀ ਜਿਹੜੇ ਆ ਉਹ ਰੱਦ ਕੀਤੇ ਜਾਣਗੇ ਜਦੋਂ ਗਠਬੰਧਨ ਦੀ ਸਰਕਾਰ ਬਣੇਗੀ। ਸਾਰੇ ਜ਼ਿਲ੍ਹਿਆਂ ਦੇ ਵਿੱਚ ਮੈਡੀਕਲ ਸਹੂਲਤਾਂ ਦਿੱਤੀਆਂ ਜਾਣਗੀਆਂ, ਕਿਉਂਕਿ ਅੱਜ ਜੇ ਕੋਈ ਵੀ ਬੰਦਾ ਬਿਮਾਰ ਹੁੰਦਾ ਤੇ ਐਡਾ ਵੱਡਾ ਹਸਪੀਟਲ ਆ ਫਗਵਾੜੇ ਦਾ, ਉਹਨੂੰ ਰੈਫਰ ਕਰ ਦਿੰਦੇ ਆ। ਮਸ਼ੀਨਰੀ ਹੈ ਨਹੀਂ, ਡਾਕਟਰ ਹੈ ਨਹੀਂ। ਇਸ ਕਰਕੇ 11 ਜਿਹੜੇ ਮਤਲਬ ਪਹਿਲੇ ਐਲਾਨ ਦੇ ਵਿੱਚ ਜਿੰਨੇ ਸਾਡੇ ਜ਼ਿਲ੍ਹੇ ਆ, ਉਹਨਾਂ ਸਾਰਿਆਂ ਜ਼ਿਲ੍ਹਿਆਂ ਦੇ ਵਿੱਚ 22-23 ਜ਼ਿਲ੍ਹੇ ਆ, ਉਹਨਾਂ ਦੇ ਵਿੱਚ ਮੈਡੀਕਲ ਜਿਹੜੇ ਆ ਉਹ PGI ਵਰਗੇ ਜਿਹੜੇ ਆ ਹਸਪੀਟਲ ਬਣਾਏ ਜਾਣਗੇ। ਇਹ 13 ਹਜੇ ਨਿਕਾਤੀ ਪ੍ਰੋਗਰਾਮਾਂ ਦਾ ਐਲਾਨ ਕੀਤਾ ਆ। ਅਜੇ ਬਹੁਤ ਸਾਰੇ ਪ੍ਰੋਜੈਕਟ ਜਿਹੜੇ ਆ ਇਦਾਂ ਦੇ ਹੋਣਗੇ, ਕਿਉਂਕਿ ਕਿਸੇ ਨੂੰ ਵੀ ਜਿਹੜਾ ਆ ਉਹ ਨੀਤੀ ਇਦਾਂ ਦੀ ਬਣਾਈ ਜਾਏਗੀ ਬਈ ਅਰਬ ਕੰਟਰੀਆਂ ਨੂੰ ਜਿਹੜਾ ਦੇਖਦਾ ਲੇਬਰ ਵਾਲਾ ਸਾਡਾ ਭਰਾ ਉਹ ਜਾਂਦਾ ਆ ਮਜਬੂਰ ਹੋ ਕੇ, ਉਹਨਾਂ ਵਾਸਤੇ ਇੱਥੇ ਹੀ ਉਦਯੋਗ ਜਿਹੜੇ ਕੇਂਦਰ ਆ ਉਹ ਖੋਲ੍ਹੇ ਜਾਣਗੇ, ਅਦਾਰੇ ਖੋਲ੍ਹੇ ਜਾਣਗੇ, ਜਿਨ੍ਹਾਂ ਦੇ ਵਿੱਚ ਸਾਰਿਆਂ ਨੂੰ ਜਿਹੜਾ ਐਡਜਸਟਮੈਂਟ ਹੋਏਗੀ। ਔਰ ਇਹ ਰਾਜ ਜਿਹੜਾ, ਕਿਉਂਕਿ ਇਹ ਬਹੁਜਨ ਸਮਾਜ ਪਾਰਟੀ ਜਿਹੜੀ ਆਪਣੇ ਮਹਾਪੁਰਸ਼ਾਂ ਦੇ ਜਿਹੜੇ ਆ ਉਹ ਸੋਚ ਨੂੰ ਲੈ ਕੇ ਚੱਲਦੀ ਆ। ਅੱਜ ਅਕਾਲੀ ਦਲ ਬਾਦਲ ਵੀ ਗੁਰੂਆਂ ਦੀ ਸੋਚ ਮੁਤਾਬਕ ਉਹਨਾਂ ਜਿਹੜਾ ਸਮਝੌਤਾ ਹੋਇਆ ਸਹੀ ਟਿਕਾਣੇ ਤੇ ਹੋਇਆ। ਨਹੀਂ ਤਾਂ 1998 ਤੋਂ ਲੈ ਕੇ ਹੁਣ ਤੱਕ ਅਸੀਂ ਜਿਨ੍ਹਾਂ ਲੋਕਾਂ ਦੇ ਨਾਲ ਗਠਬੰਧਨ ਕਰਕੇ ਜਿਨ੍ਹਾਂ ਨੂੰ ਮਜ਼ਬੂਤ ਕੀਤਾ, ਅੱਜ ਉਹਨਾਂ ਨੇ ਸਾਨੂੰ ਮਰਨ ਲਈ ਮਜਬੂਰ ਕਰ ਦਿੱਤਾ। ਸਾਡੀਆਂ ਜ਼ਮੀਨਾਂ ਖੋਹਣੀਆਂ, ਫਸਲਾਂ ਅਸੀਂ ਉਗਾਉਣੀਆਂ ਤੇ ਰੇਟ ਉਹਨਾਂ ਪੂੰਜੀਪਤੀਆਂ ਨੇ ਤੈਅ ਕਰਨੇ ਆ। ਇਹ ਸਾਰੇ ਦਾ ਸਾਰਾ ਜਿਹੜਾ ਆ ਇਹਨੂੰ ਰੋਕ ਲਾਈ ਜਾਏਗੀ। ਇਹ ਜਦੋਂ ਪੰਜਾਬ ਦੇ ਵਿੱਚ ਸਰਕਾਰ ਬਣੇਗੀ, ਪਹਿਲੇ ਧੱਕੇ ਦੇ ਵਿੱਚ ਹੀ ਜਿਹੜਾ ਆ ਉਹ 3 ਕਾਨੂੰਨ ਰੱਦ ਕੀਤੇ ਜਾਣਗੇ ਮੋਦੀ ਦੇ। ਤੋ ਇਸੇ ਤਰ੍ਹਾਂ ਪੂਰਾ ਜਿਹੜਾ ਇਸ ਵੇਲੇ ਜ਼ੋਰ ਆ। ਇਹੀ ਮੇਰੀ ਜਿਹੜੀ ਅਪੀਲ ਆ ਕਿ ਆਓ ਰਲ ਮਿਲ ਕੇ ਗਠਬੰਧਨ ਦੀ ਸਰਕਾਰ ਬਣਾਉਣ ਵਾਸਤੇ ਫਗਵਾੜਾ ਦੀ ਧਰਤੀ ਤੇ, ਫਗਵਾੜਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਦੀ ਚਰਨ ਛੋਹ ਧਰਤੀ ਆ, ਜਿਹਨੇ ਬੇਗਮਪੁਰੇ ਦਾ ਸੰਕਲਪ ਲਿਆ ਸੀ ਔਰ ਜਿਹਨੇ ਜਿਹੜਾ ਆ ਹਰ ਇੱਕ ਮਾਨਵ ਜਾਤੀ ਵਾਸਤੇ ਸੋਚਿਆ ਸੀ। ਜਗਤ ਗੁਰੂ ਇਸੇ ਕਰਕੇ ਉਹਨਾਂ ਨੂੰ ਕਹਿੰਦੇ ਆ, ਜਿਨ੍ਹਾਂ ਨੇ ਰੋਟੀ ਕੱਪੜਾ ਮਕਾਨ ਹਰ ਇੱਕ ਇਨਸਾਨ ਵਾਸਤੇ ਸੋਚਿਆ। ਇਹ ਗੁਰੂ ਰਵਿਦਾਸ ਮਹਾਰਾਜ ਦੀ ਫਗਵਾੜਾ ਚਰਨ ਛੋਹ ਧਰਤੀ ਆ। ਔਰ ਕਈ ਵਾਰ ਜਿਹੜੇ ਚਰਨ ਆ ਉਹ ਸਾਡੇ ਸਾਹਿਬੇ ਕਮਾਲ ਸਾਹਿਬ ਸ਼੍ਰੀ ਕਾਂਸ਼ੀ ਰਾਮ ਨੇ ਪੰਜਾਬ ਇੱਥੇ ਫਗਵਾੜੇ 'ਚ ਪਾਏ ਆ, ਔਰ ਖਾਸ ਕਰਕੇ ਹਦੀਆਬਾਦ ਦੇ ਵਿੱਚ ਉਹ 3-4 ਵਾਰ ਆਏ ਆ। ਤੇ ਇਸੇ ਕਰਕੇ ਇਹ ਹਦੀਆਬਾਦ ਜਿਹੜੀ ਆ ਇਹ ਵੀ ਧਰਤੀ ਬਹੁਜਨਾਂ ਦੇ ਮਸੀਹਾ ਸਾਹਿਬ ਕਾਂਸ਼ੀ ਰਾਮ ਦੀ ਚਰਨ ਛੋਹ ਧਰਤੀ ਆ। ਤੇ ਆਓ ਰਲ ਮਿਲ ਕੇ ਅੱਜ ਉਹਨਾਂ ਦੇ ਸੁਪਨੇ ਨੂੰ ਪੂਰਾ ਕਰਨ ਦਾ ਟਾਈਮ ਆਇਆ। ਔਰ ਜਿਹੜੀ ਇਹ ਹਵਾ ਆ ਪੂਰੇ ਪੰਜਾਬ 'ਚ, ਇਹਦੇ ਵਿੱਚੋਂ ਆਪਾਂ ਫਗਵਾੜਾ ਸੀਟ ਜਿਹੜੀ ਹਿੱਸੇ ਆਈ ਆ, ਇਹ ਵੀ ਗਠਬੰਧਨ ਦੇ ਤਹਿਤ ਜਿਤਾਉਣ ਵਾਸਤੇ ਇਹ ਰੈਲੀ ਨੂੰ ਸਫਲ ਕਰਕੇ ਜਿੱਤਣ ਦਾ ਮੁੱਢ ਬਣੀਏ। ਇਹੀ ਜਿਹੜੀ ਅਪੀਲ ਕਰਦਾ ਹੋਇਆ ਮੈਂ NKN TV ਦਾ ਤੁਹਾਡਾ ਗੁੜਾ ਸਾਹਿਬ, ਤੁਹਾਡੀ ਟੀਮ ਦਾ ਧੰਨਵਾਦ ਕਰਦਾ ਕਿ ਤੁਸੀਂ ਜਿਹੜਾ ਅੱਜ ਗਠਬੰਧਨ ਦੀ ਔਰ ਰੈਲੀ ਦੀ ਔਰ ਮਾਹੌਲ ਦੀ ਜਿਹੜੀ ਹੈ ਇੰਟਰਵਿਊ ਲੈਣ ਵਾਸਤੇ ਆਏ ਆ। ਤੁਹਾਡਾ ਬਹੁਤ ਬਹੁਤ ਧੰਨਵਾਦ। ਤੇ ਸਾਰੇ ਹੀ ਸਾਥੀਆਂ ਨੂੰ ਆਓ ਰਲ ਮਿਲ ਕੇ ਆਪਾਂ ਨੇ ਗਿਲੇ ਸ਼ਿਕਵੇ ਭੁਲਾ ਕੇ ਅੱਜ ਆਪਾਂ ਜਿਹੜਾ ਆਪਣੀ ਮੰਜ਼ਿਲ ਨੂੰ ਸਰ ਕਰਨ ਵਾਸਤੇ, ਆਪਣੇ ਰਹਿਬਰਾਂ ਦੇ ਸੁਪਨੇ ਨੂੰ ਪੂਰਾ ਕਰਨ ਵਾਸਤੇ, ਜਿਵੇਂ ਜਿਹੜਾ ਆ ਉਹ ਉੱਤਰ ਪ੍ਰਦੇਸ਼ ਦੇ ਵਿੱਚ ਹਰ ਬੱਚਾ ਜਿਹੜਾ ਆ ਉਹਦੀ ਜ਼ੁਬਾਨ ਤੇ ਭੈਣ ਕੁਮਾਰੀ ਮਾਇਆਵਤੀ ਜੀ ਦਾ ਨਾਂ ਆ, ਇਸੇ ਤਰ੍ਹਾਂ ਪੰਜਾਬ ਦੇ ਵਿੱਚ ਵੀ ਸਾਹਿਬ ਕਾਂਸ਼ੀ ਰਾਮ ਜੀ ਦੀ ਜਨਮ ਭੂਮੀ ਆ। ਇੱਥੇ ਜਿਹੜਾ
ਬਹੁਜਨ ਸਮਾਜ ਪਾਰਟੀ ਪ੍ਰਚੰਡ ਰੂਪ ਬਣੇ ਔਰ ਇਹ ਗਠਬੰਧਨ ਜਿਹੜਾ ਆਪਣੀ ਸਰਕਾਰ ਬਣਾ ਕੇ ਲੋਕਾਂ ਦੇ ਜਿਹੜੇ 13 ਨੁਕਾਤੀ ਪ੍ਰੋਗਰਾਮ ਦਾ ਐਲਾਨ ਕੀਤਾ, ਇਹ ਤੋਂ ਜ਼ਿਆਦਾ ਜਿਹੜੇ ਆ ਉਹ ਮਸਲੇ ਆ ਉਹ ਸਾਰੇ ਹੱਲ ਕਰੇ। ਇਸ ਆਸ ਉਮੀਦ ਦੇ ਨਾਲ ਕਿ ਤੁਸੀਂ ਰੈਲੀ ਨੂੰ ਕਾਮਯਾਬ ਕਰੋਗੇ, ਇਹੀ ਮੇਰਾ ਜਿਹੜਾ ਆ ਇਹ ਆਖਰੀ ਜਿਹੜਾ ਅਪੀਲ ਆ। ਜੈ ਭੀਮ, ਜੈ ਭਾਰਤ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਬਹੁਤ ਬਹੁਤ ਧੰਨਵਾਦ ਜੀ। ਨੇ ਰਮੇਸ਼ ਕੌਲ ਜੀ ਬਹੁਜਨ ਸਮਾਜ ਪਾਰਟੀ ਸੂਬਾ ਦੇ ਜਨਰਲ ਸਕੱਤਰ ਨੇ ਔਰ ਬਹੁਤ ਸਾਰੇ ਇਹ ਬਹੁਜਨ ਸਮਾਜ ਪਾਰਟੀ ਦੇ ਸਮੇਂ ਤੇ ਅਹੁਦਿਆਂ ਤੇ ਰਹੇ ਨੇ ਤੇ ਆਸ ਪ੍ਰਗਟਾਈ ਹੈ ਔਰ ਦਾਅਵੇਦਾਰੀ ਵੀ ਇਹ ਦਬਵੀਂ ਆਵਾਜ਼ ਦੇ ਵਿੱਚ ਕਿਹਾ ਕਿ ਅਗਰ ਬਹੁਜਨ ਸਮਾਜ ਪਾਰਟੀ ਹਾਈ ਕਮਾਂਡ ਦੇ ਵੱਲੋਂ ਇਹ ਬੀਐਸਪੀ ਨੂੰ ਮਿਲੀ ਹਾਥੀ ਦੇ ਨਿਸ਼ਾਨ ਵਾਸਤੇ ਸੀਟ ਮਿਲੀ ਹੋਈ ਤੇ ਅਗਰ ਹਾਈ ਕਮਾਂਡ ਮੌਕਾ ਦੇਵੇ ਤਾਂ ਇਹ ਬਹੁਤ ਖੁਸ਼ ਹੋਣਗੇ ਤੇ ਬਾਕੀ ਇਹਨਾਂ ਨੇ ਇਹ ਵੀ ਕਿਹਾ ਕਿ ਜੋ ਹਾਈ ਕਮਾਂਡ ਦਾ ਫੈਸਲਾ ਉਹ ਇਨ ਬਿਨ ਅਸੀਂ ਮੰਨਾਂਗੇ। ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਦੇਖਦੇ ਰਹੋ NKN TV।